ਵਾਹਿਗੁਰੂ ਸਾਹਿਬ ਜੀ। ਆਥ ਪ੍ਰਲੈ ਭਾਰਤ ਬੀਰਜ ਨਾਦ ਬਦਨ, ਜੁਗ ਪ੍ਰਬੰਧ ਸਕਰ ਅਵਖੇਖ ਰਾਜ ਦੀਪੋ। ਸ੍ਰੀ ਸਰਬ ਲੋਹ ਜੂ ਜਲ ਸੈਨ ਕੋ ਕਥਤੇ, ਤਵੈ ਬਲ ਬਿਸ਼ਨ ਪਾਦ ਗਾਜ ਧਾਰ। ਚਰਪਦ ਅਸ਼ਟਕ ਲਰਤ ਪਰਸ ਪਰ ਜੁਧ, ਬਾਨ ਸਹਿਥਨ ਪ੍ਰਹਾਰਤ। ਗੋਫਨ ਗਰਹ ਕਮੰਦ, ਬਜਰ ਸਾਇਕ ਲਖ ਡਾਰਤ। ਲਰਤ ਪਰਸ ਪਰ ਜੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਕੱਲ ਗੁਰੂ ਖਾਲਸਾ ਜੀ ਸ਼੍ਰੀ ਸਰਬਲੋ ਕੀ ਵਾਰ ਫਤਿਹ ਹੋਈ ਸੀ। ਅੱਜ ਮਹਾਰਾਜ ਸਾਹਿਬ ਜੀ ਜਿਵੇਂ ਪ੍ਰਲੈ ਭਾਰਤ ਪਰਲੇ ਵਾਲਾ ਜੰਗ ਹੋਇਆ ਏ, ਉਹ ਜੰਗ ਮਹਾਰਾਜ ਸਾਹਿਬ ਜੀ ਕਥਨ ਕਰਦੇ ਪਏ ਨੇ। ਆਥ ਮੈਨੇ ਹੁਣ ਪ੍ਰਲੈ ਭਾਰਤ ਪਰਲੇ ਵਾਲਾ ਜੰਗ ਜਿਵੇਂ ਸਰਬਲੋ ਦਾ ਬੀਰਜਨਾਥ ਦੇ ਨਾਲ ਹੋਇਆ ਏ, ਬੀਰਜਨਾਥ ਬੱਧਨ ਜਿਵੇਂ ਬੀਰਜਨਾਥ ਦਾ ਸੰਘਾਰ ਹੋਇਆ ਏ। ਯੁਗ ਪ੍ਰਬੰਧ ਪਰਲੇ ਤੋਂ ਬਾਅਦ ਫਿਰ ਜਿਵੇਂ 4 ਯੁਗ ਰਚੇ ਗਏ ਨੇ। ਸ਼ੱਕਰ ਅਬਖੇਕ ਰਾਜ ਦੀਬੋ, ਅਬਖੇਕਦਾਰ ਹੁੰਦਾ ਏ ਤਿਲਕ। ਜਿਵੇਂ ਇੰਦਰ ਨੂੰ ਅਬਖੇਖ ਮੈਨੇ ਤਿਲਕ ਰਾਜ ਭਾਗ ਦਾ ਦੀਬੋ ਦਿੱਤਾ ਏ। ਸ਼੍ਰੀ ਸਰਬਲੋ ਜੀ ਜੂ ਫਿਰ ਜਿਵੇਂ ਸ਼੍ਰੀ ਸਰਬਲੋ ਭਗਵਾਨ ਜੀ ਮਹਾਂ ਵਿਸ਼ਨੂੰ ਰੂਪ ਹੋ ਕਰਕੇ ਜਲ ਸੈਨ ਜਲ ਦੀ ਸੇਜਾ ਦੇ ਉੱਪਰ ਆਸਨ ਲਾ ਕੇ ਸ਼ਾਂਤ ਰੂਪ ਹੋ ਕਰਕੇ ਬੈਠੇ ਨੇ। ਉਹ ਕਸਤੇ ਕਥਨ ਕਰਦੇ ਨੇ ਕਥਾ, ਤਵ ਬਲ ਤੇਰੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਲਰਤ ਪਰਸ ਪਰ ਜੁਧ। ਹਾਂਜੀ, ਬਿਸ਼ਨ ਪਾਦ ਗਜ ਧਰ। ਗਜ ਧਰ ਰਾਗ ਦੇ ਵਿੱਚ ਮਹਾਰਾਜ ਚਰਪਦ ਲਿਖਦੇ ਨੇ, ਅਸ਼ਟਕ ਵੀ ਲਿਖਦੇ ਨੇ। ਗੁਰੂ ਖਾਲਸਾ ਜੀ ਇਹ ਪਹਿਲੋਂ ਚਰਪਦ ਆਉਣਗੇ। ਚਰਪਦਾਰ ਹੁੰਦਾ ਇਹ 4 ਤੁਕਾਂ ਆਉਣਗੀਆਂ। ਬਾਅਦ ਵਿੱਚ 1 ਨੰਬਰ ਆਵੇਗਾ, ਇਹਦਾ ਇੱਕ ਚਰਪਦ ਬਣ ਜਾਏਗਾ। ਫਿਰ 4 ਤੁਕਾਂ ਆਉਣਗੀਆਂ, ਫਿਰ ਦੂਜਾ ਚਰਪਦ 2 ਨੰਬਰ ਆਵੇਗਾ, 2 ਦੇ ਨਾਲ 1 ਆਵੇਗਾ। 2 ਚਰਪਦਾਂ ਦਾ ਇੱਕ ਅਸ਼ਟਕ ਬਣੇਗਾ। ਐਸਾ ਮਹਾਰਾਜ ਕਲਗੀਧਰ ਜੀ ਵਿਧਾਨ ਰੱਖ ਕਰਕੇ ਕਿਰਪਾ ਕਰਦੇ ਪਏ ਨੇ। ਲਰਤ ਪਰਸ ਪਰ ਜੁਧ। ਮਹਾਰਾਜ ਕਲਗੀਧਰ ਜੀ ਕਹਿੰਦੇ ਆਪਸ ਦੇ ਵਿੱਚ ਯੁੱਧ ਕਰਦੇ ਪਏ ਹਨ ਸਰਬਲੋ ਭਗਵਾਨ ਜੀ ਤੇ ਬੀਰਜਨਾਥ ਜੀ। ਬਾਨ ਸਹਿਥਨ ਪ੍ਰਹਾਰਤ। ਹਾਂਜੀ, ਬਾਣ ਤੇ ਸਹਿਤਨ ਵਰਸ਼ੀਆਂ ਇੱਕ ਦੂਜੇ ਵਾਲੇ ਪਾਸੇ ਨੂੰ ਪ੍ਰਹਾਰਤ ਮਾਰਦੇ ਪਏ ਨੇ। ਗੋਫਨ ਗਰਹ ਕਮੰਦ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਧਰੇ ਗੋਪਨ ਗੋਪੀਆ ਚੱਲਦਾ ਪਿਆ ਏ, ਕਿਧਰੇ ਕਮੰਦ ਪਾਈਆਂ ਚੱਲਦੀਆਂ ਪਈਆਂ ਨੇ। ਤੇ ਗਰਹ ਮੈਨੇ ਗਲੇ ਦੇ ਵਿੱਚ, ਕਮੰਦ ਮੈਨੇ ਪਾਈਆਂ ਪਾਉਂਦੇ ਪਏ ਨੇ। ਤੇ ਗਰਹਾ ਗੁਰੂ ਖਾਲਸਾ ਜੀ ਬਨੱਟੇ ਦਾ ਨਾਮ ਵੀ ਹੈ। ਬਜਰ ਸਾਇਕ ਲਖ ਡਾਰਤ। ਹਾਂ, ਬਜਰ ਗੁਰੂ ਖਾਲਸਾ ਜੀ ਪੱਥਰਾਂ ਨੂੰ ਵੀ ਕਹਿੰਦੇ ਨੇ। ਤੇ ਇੰਦਰ ਦੇ ਸ਼ਸਤਰ ਦਾ ਨਾਮ ਵੀ ਹੈ। ਸਾਇਕ ਮੈਨੇ ਤੀਰ, ਲਖ ਮੈਨੇ ਵੇਖ ਵੇਖ ਕੇ ਸਰਬਲੋ ਭਗਵਾਨ ਵੱਲ ਡਾਰਤ ਸੁੱਟਦੇ ਪਏ ਨੇ। ਸੁੰਦਰ ਬ੍ਰਿਸ਼ ਤੰਗ। ਹਾਂਜੀ, ਸਰਬਲੋ ਭਗਵਾਨ ਤੇ ਬੀਰਜਨਾਥ ਇੱਕ ਦੂਜੇ ਵੱਲ ਵੇਖ ਵੇਖ ਕੇ ਸਿਨ ਕੇ ਤੀਰ ਤੇ ਪੱਥਰ ਆਦਿ ਚਲਾਉਂਦੇ ਪਏ ਨੇ। ਤੇ ਉਹ ਤੰਗ ਉੱਚੇ ਉੱਚੇ ਜਿਹੜੇ ਬ੍ਰਿਸ਼ ਨੇ ਬੜੇ ਸੋਹਣੇ, ਉਹਨਾਂ ਨੂੰ ਪੁੱਟ ਕਰਕੇ ਜਿਨ੍ਹਾਂ ਦੀ ਬੜੀ ਠੰਡੀ ਛਾਂ ਏ, ਉਹਨਾਂ ਸੁੰਦਰ ਬਿਰਸ਼ਾਂ ਨੂੰ ਪੁੱਟ ਕੇ ਇੱਕ ਦੂਜੇ ਵੱਲ ਸੁੱਟਦੇ ਪਏ ਨੇ। ਦੀਹ ਦਾਰਨ ਅਸ ਝਾਰਤ। ਹਾਂ, ਦੀਹ ਵੱਡੀਆਂ ਦਾਰਨ ਡਰਾਉਣੀਆਂ ਕਿਰਪਾਨਾਂ
ਇੱਕ ਦੂਜੇ ਦੇ ਉੱਪਰ ਝਾੜਦੇ ਪਏ ਹਨ। ਗਦਾ ਗੁਰਜ ਗੁਲੇਲ ਹਾਂ, ਕਿਧਰੇ ਗਦਾ ਚੱਲ ਰਹੀ ਹੈ, ਕਿਧਰੇ ਗੁਰਜ ਚੱਲ ਰਹੀ ਹੈ, ਕਿਧਰੇ ਗੁਲੇਲੇ ਚੱਲ ਰਹੇ ਨੇ। ਤਾਲ ਮੂਸਲ ਤਰ ਪਾਰਤ ਤਾਲ ਗੁਰੂ ਖਾਲਸਾ ਜੀ ਇੱਕ ਰੁੱਖ ਦਾ ਨਾਮ ਹੈ। ਮੂਸਲ ਘੋਟਨੇ ਨੂੰ ਕਹਿੰਦੇ ਨੇ ਤੇ ਤਰ ਪਾਰਤ ਇਕੱਠਾ ਹੀ ਹੈ। ਤਰ ਉਪਾਰਤ ਤੇ ਤਰ ਮੈਨੇ ਰੁੱਖ, ਉਪਾਰਤ ਪੁੱਟ ਪੁੱਟ ਕੇ ਇੱਕ ਦੂਜੇ ਵੱਲ ਸੁੱਟਦੇ ਪਏ ਹਨ। ਸਾਨੀ ਗਰਜ ਗਰਜ ਕਲ ਨਾਦ ਕੱਲ ਕਹੀਏ ਭਿਆਨਕ ਨਾਦ ਆਵਾਜ਼ ਕਰਦੇ ਪਏ ਨੇ ਗੱਜ ਗੱਜ ਕੇ। ਮੇਘ ਧੁਨ ਸਿੰਘ ਡਕਾਰਤ ਹਾਂ, ਜਿੱਦਾਂ ਮੇਘ ਬੱਦਲਾਂ ਦੀ ਧੁਨ ਆਵਾਜ਼ ਹੁੰਦੀ ਹੈ ਤੇ ਜਿੱਦਾਂ ਗੁਰੂ ਖਾਲਸਾ ਜੀ ਸ਼ੇਰ ਗੱਜਦੇ ਨੇ ਤੇ ਡਕਾਰਤ ਮੈਨੇ ਬੋਲਦੇ ਨੇ ਜਿਵੇਂ ਸਿੰਘ ਸ਼ੇਰ, ਇਸ ਤਰੀਕੇ ਦੇ ਨਾਲ ਸੂਰਮੇ ਗੱਜਦੇ ਪਏ ਹਨ। ਲਰਜਤ ਥਿਰਾ ਗੈ ਨਾਰ ਸੂਰਮਿਆਂ ਦੀ ਆਵਾਜ਼ ਸੁਣ ਕੇ ਥਿਰਾ ਧਰਤੀ ਤੇ ਗਨਾਰ ਅਸਮਾਨ ਵੀ ਕੰਬ ਰਿਹਾ ਏ। ਭੂ ਕੰਪਤ ਕਿਲਕਾਰਤ ਹਾਂ, ਜਦੋਂ ਕਲਕਾਰੀਆਂ ਮਾਰਦੇ ਪਏ ਨੇ ਉਸ ਵਕਤ ਭੂ ਧਰਤੀ ਵੀ ਕੰਪਤ ਕੰਬਦੀ ਪਈ ਏ। ਮਰਦਤ ਬਸੁਦਾ ਸਕਲ ਸਕਲ ਸਾਰੀ ਹੀ ਬਸੁਦਾ ਧਰਤੀ। ਬਸ ਨਾਮ ਵਸਣ ਵਾਲੀ, ਦਾ ਨਾਮ ਧਰਤੀ ਦਾ ਹੈ। ਕਈ ਗੁਰੂ ਖਾਲਸਾ ਜੀ ਬਸੁੱਧਾ ਹੀ ਪਾਠ ਕਰ ਜਾਂਦੇ ਨੇ, ਕਈ ਆਪਣੇ ਆਪ ਵਿੱਚ ਬੜੀਆਂ ਹੇਕਾਂ ਲਾ ਕੇ ਪਾਠ ਕਰਦੇ ਐ। ਉਹ ਕਹਿੰਦੇ ਆ ਅਸੀਂ ਹੇਕਾਂ ਲਾ ਲੀਆਂ, ਖੌਰਿਆ ਪਾਠ ਅਸਾਂ ਸ਼ੁੱਧ ਕਰ ਲਿਆ ਏ, ਬਸੁੱਧਾ ਹੀ ਬੋਲੀ ਜਾਂਦੇ ਐ। ਸਾਡੇ ਪਿੰਡ ਇੱਕ ਗ੍ਰੰਥੀ ਸੀ, ਉਹ ਗੁਰੂ ਖਾਲਸਾ ਜੀ ਬਸੁੱਧਾ ਹੀ ਬੋਲਦਾ ਸੀ ਜਾਣ ਬੁੱਝ ਕੇ। ਬਸੁਦਾ ਪਾਠ ਇਹਦਾ ਅਰਥ ਹੈ ਧਰਤੀ। ਬਸ ਮੈਨੇ ਵਸਣ ਵਾਲੀ, ਧਾ ਧਰਤੀ। ਉਹ ਵਸਣ ਵਾਲੀ ਧਰਤੀ ਨੂੰ ਮਰਦਤ ਮਲੀ ਜਾਂਦੇ ਨੇ, ਸਕਲ ਸਾਰੀ ਨੂੰ ਹੀ। ਗਿਆਨੀ ਚੰਦਰ ਸਿੰਘ ਜੀ ਦੀ ਬੀੜ ਵਿੱਚ ਸੱਸਾ ਕੱਕਾ ਲੱਲਾ ਸਕਲ ਪਾਠ ਹੈ। ਮਾਤਾ ਜੀ ਦੀ ਬੀੜ ਵਿੱਚ ਸਕੁਲ ਪਾਠ ਹੈ, ਕੱਕੇ ਨੂੰ ਔਂਕੜ ਵੀ ਲੱਗੀ ਹੈ। ਪਾਠ ਬੋਧ ਵਿੱਚ ਗਿਆਨੀ ਸਿੰਘਾਂ ਨੇ ਗਿਆਨੀ ਚੰਦਾ ਸਿੰਘ ਵਾਲੀ ਬੀੜ ਤੇ ਨਨਕਿਆਣੀ ਸਾਹਿਬ ਵਾਲੀ ਬੀੜ ਤੋਂ ਇਹ ਪਾਠ ਵੇਖ ਕੇ ਕੱਕੇ ਨੂੰ ਔਂਕੜ ਕੱਟੀ ਸੀ। ਇਸ ਤਰੀਕੇ ਨਾਲ ਪਾਠ ਕਰ ਲੈਣਾ। ਸੋ ਸੂਰਮੇ ਜੰਗ ਦੇ ਮੈਦਾਨ ਵਿੱਚ ਵਿਚਰਦੇ ਨੇ। ਜੰਗ ਦੇ ਮੈਦਾਨ ਦੀ ਧਰਤੀ ਨੂੰ, ਹੋਰ ਜਿੰਨੀ ਧਰਤੀ ਹੈ ਪੈਰਾਂ ਹੇਠ ਲਤਾੜੀ ਜਾਂਦੇ ਹਨ ਸਾਰੀ ਨੂੰ ਹੀ। ਪਾਦ ਧਮਕਾਨ ਲਤਾਰਤ ਸਾਹਿਬ ਜੀ ਕਹਿੰਦੇ ਜਿੱਥੇ ਪੈਰ ਰੱਖਦੇ ਨੇ ਉੱਥੇ ਪੈਰ ਰੱਖਣ ਨਾਲ ਧਮਕੀ ਇੰਨੀ ਪੈਂਦੀ ਹੈ ਵੀ ਭੁਚਾਲ ਆ ਜਾਂਦਾ ਏ। ਤੇ ਪੈਰਾਂ ਦੇ ਨਾਲ ਲਤਾੜ ਕੇ ਧਰਤੀ ਨੂੰ ਧਮਕਾਉਂਦੇ ਪਏ ਹਨ। ਡਗਮਗ ਪੁੜ ਇੱਕ ਹੋਤ ਮਹਾਰਾਜ ਕਲਗੀਧਰ ਜੀ ਕਹਿੰਦੇ ਸੂਰਮਿਆਂ ਦੇ ਪੈਰ ਰੱਖਣ ਦੇ ਨਾਲ ਧਰਤੀ ਦੀਆਂ ਤਹਿਆਂ ਧੂੜ ਰੂਪ ਹੋ ਕੇ ਅਸਮਾਨ ਵਿੱਚ ਉੱਡ ਗਈਆਂ ਨੇ। ਇੱਕੋ ਹੀ ਤਹਿ ਰਹਿ ਗਈ ਹੈ ਧਰਤੀ ਦੀ, ਬਾਕੀ ਜਿੰਨੀਆਂ 6 ਤਹਿਆਂ ਨੇ ਉਹ ਉੱਡ ਗਈਆਂ ਨੇ। ਤੇ ਧਰਤੀ ਡਗਮਗ ਡਗਟੋਰੇ ਰਹਿੰਦੀ ਪਈ ਹੈ, ਹਲੂਣੇ ਲੈਂਦੀ ਪਈ ਹੈ। ਪਗਨ ਡੁੱਲਤ ਮਹਤਾੜਤ ਹਾਂ, ਜਦੋਂ ਸੂਰਮੇ ਪੈਰ ਡਲਾਉਂਦੇ ਆ ਨਾ, ਪਗਨ ਮੈਨੇ ਪੈਰ, ਡੁੱਲਤ ਮੈਨੇ ਡਲਾਉਂਦੇ ਨੇ। ਇੱਕ ਥਾਂ ਪੈਰ ਪੁੱਟ ਕੇ ਦੂਜੀ ਥਾਂ ਤੇ ਰੱਖਦੇ ਨੇ ਤੇ ਉਸ ਵਕਤ ਧਰਤੀ ਨੂੰ ਬੜਾ ਦੁੱਖ ਲੱਗਦਾ ਹੈ। ਤਾੜਤ ਮੈਨੇ ਦੁੱਖ, ਮੈਂ ਧਰਤੀ ਨੂੰ ਬਹੁਤਾ ਹੀ ਦੁੱਖ ਲੱਗਦਾ ਏ। ਧਰਤੀ ਘਟਾ ਰੂਪ ਹੋ ਕੇ ਅਸਮਾਨ ਨੂੰ ਉੱਡਦੀ ਜਾਂਦੀ ਹੈ। ਤਾੜਤ ਤੋਂ ਅੱਗੇ 2 ਡੰਡੇ ਲਾ ਕੇ ਇੱਥੇ ਗੁਰੂ ਖਾਲਸਾ ਜੀ 2 ਨੰਬਰ ਆਵੇਗਾ। ਇੱਕ ਤਰ ਪਾਰਤ, ਇੱਥੇ ਇੱਕ ਚਰਪਦ ਹੈ। ਤਾੜਤ ਤੇ ਦੂਜਾ ਚਰਪਦ ਪੂਰਾ ਹੋ ਗਿਆ ਹੈ। ਅੱਗੇ ਗੁਰੂ ਖਾਲਸਾ ਜੀ ਇੱਕ ਅਸ਼ਟਕ ਦਾ ਇਹ ਵੀ ਇੱਥੇ ਇੱਕ ਅਸ਼ਟਕ ਪੂਰਾ ਹੋ ਗਿਆ ਹੈ। ਤੇ ਅੱਗੇ ਗੁਰੂ ਖਾਲਸਾ ਜੀ ਜਿਹੜਾ 2 ਨੰਬਰ ਲਿਖਿਆ ਏ, ਵਾਰ ਦੇ ਉੱਤੇ 1 ਨੰਬਰ ਆਇਆ ਸੀ ਤੇ ਇਹ ਅੱਗੇ ਵਾਰ ਤੋਂ ਦੂਆ ਨੰਬਰ ਆ ਗਿਆ ਏ। ਅੱਗੇ 450 ਤੇ 2700 ਗੁਰੂ ਖਾਲਸਾ ਜੀ 69, ਇਹ ਪਿਛਲੀ ਗਿਣਤੀ ਦੇ ਨਾਲ ਨੰਬਰ ਆ ਰਹੇ ਨੇ। ਡੰਡੇ ਲਾ ਕੇ ਇੱਥੇ 2 ਨੰਬਰ ਲਿਖ ਲੈਣਾ। ਇਹ ਗੁਰੂ ਖਾਲਸਾ ਜੀ ਇੱਥੋਂ ਛੁੱਟਿਆ ਏ, ਪੂਰਾ ਕਰ ਲੈਣਾ ਜੀ। ਬਿਸਨ ਪਾਦ ਗਜ ਧਾਰ ਚਤੁਰ ਪਾਦ ਲਿਖ ਨਹਿ ਸਖਤ ਲਿਖਾਰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਵੱਡੇ ਵੱਡੇ ਲਿਖਾਰੀ ਹੈ ਨਾ, ਉਹ ਵੀ ਲਿਖ ਨਹੀਂ ਪਾ ਰਹੇ।
ਲਿਖਾਰ ਮੈਨੇ ਲਿਖਾਰੀ ਜਿਹੜੇ ਐ ਉਹ ਵੀ ਲਿਖ ਨਹੀਂ ਸਕਦੇ। ਅਸੁਰ ਜੇਤਕ ਬਪ ਧਰਹੀ ਜਿੰਨੇ ਦੈਂਤ ਜੰਗ ਦੇ ਮੈਦਾਨ ਦੇ ਵਿੱਚ ਸਰੀਰ ਧਾਰੀ ਜਾ ਰਹੇ ਨੇ। ਵਿਜਾ ਮੇਦ ਪਰਸਵੇਦ ਹਾਂ, ਜਿੱਥੇ ਵੀਰਨਾਥ ਦੀ ਮਿੱਝ ਡਿੱਗਦੀ ਹੈ, ਮੇਦਾ ਡਿੱਗਦਾ ਹੈ, ਪਰ ਸਵੇਦ ਪਸੀਨਾ ਡਿੱਗਦਾ ਹੈ। ਸਵਾਸ ਬਾਕਨ ਔਤਰਹੀ ਹਾਂ, ਜਦੋਂ ਸਵਾਸ ਲੈਂਦਾ ਏ, ਬਾਕਨ ਵਾਕ ਬੋਲਦਾ ਏ, ਉਦੋਂ ਹੀ ਗੁਰੂ ਖਾਲਸਾ ਜੀ ਹੋਰ ਦੈਂਤ ਅਵਤਰ ਹੀ ਪੈਦਾ ਹੁੰਦੇ ਜਾਂਦੇ ਨੇ। ਤੇ ਸਭ ਵੀਰਜਨਾਥ ਨੇ ਅਨੇਕਾਂ ਹੀ ਰੂਪ ਧਾਰੇ ਨੇ। ਕਿਸੇ ਵੀ ਰੂਪ ਦੀ, ਜਿੱਥੇ ਮਿੱਝ ਡਿੱਗੇ ਉੱਥੋਂ ਦੈਂਤ, ਜਿੱਥੇ ਮੇਦਾ ਡਿੱਗੇ ਉੱਥੋਂ ਦੈਂਤ, ਪਰ ਸਵੇਦ ਮੁੜਕੇ ਤੋਂ ਦੈਂਤ। ਜੇ ਵੀਰਜਨਾਥ ਜੀਂਦੇ ਸਾਹ ਲੈਂਦੇ ਆ ਤੇ ਦੈਂਤ ਹੀ ਦੈਂਤ ਪੈਦਾ ਹੁੰਦੇ ਜਾਂਦੇ ਐ। ਜੇ ਉਹ ਬਾਕਨ ਵਾਕ ਬੋਲਦੇ ਨੇ, ਲਲਕਾਰਾ ਮਾਰਦੇ ਨੇ, ਤਾਂ ਵੀ ਦੈਂਤ ਪੈਦਾ ਹੁੰਦੇ ਜਾਂਦੇ ਹੈ। ਇਸ ਤਰੀਕੇ ਦੇ ਨਾਲ ਜਿੰਨੇ ਦੈਂਤ ਜੰਗ ਦੇ ਮੈਦਾਨ ਵਿੱਚ ਪੈਦਾ ਹੁੰਦੇ ਜਾਂਦੇ ਨੇ, ਕਲਗੀਧਰ ਜੀ ਕਹਿੰਦੇ ਵੱਡੇ ਵੱਡੇ ਲਿਖਾਰੀ ਵੀ ਲਿਖਣ ਲੱਗ ਜਾਣ ਤੇ ਗਿਣਤੀ ਮਿਣਤੀ ਲਿਖ ਨਹੀਂ ਸਕਦੇ। ਇਹ ਲਿਖ ਪਾਠ ਗੁਰੂ ਖਾਲਸਾ ਜੀ ਨਨਕਿਆਣਾ ਸਾਹਿਬ ਵਾਲੀ ਜੋ ਲਿਖਤੀ ਬੀੜ ਹੈ, ਸ਼ਹੀਦੀ ਬਾਗ ਵਿਖੇ ਜੋ ਲਿਖਤੀ ਬੀੜ ਹੈ, ਜੋ ਗਿਆਨੀ ਤੇਜਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਲਿਖੀ ਹੈ। ਮਾਤਾ ਜੀ ਦੇ ਸਥਾਨ ਤੇ ਜੋ ਬੀੜ ਹੈ, ਮਾਤਾ ਭਾਗੋ ਜੀ ਦੇ ਸਥਾਨ ਤੇ ਗਿਆਨੀ ਚੰਦਾ ਸਿੰਘ ਜੀ ਕੱਟੂ ਨਿਵਾਸੀ, ਉਹਨਾਂ ਨੇ ਜੋ ਬੀੜ ਲਿਖੀ ਹੈ, ਉਹਦੇ ਵਿੱਚ ਲਿਖ ਪਾਠ ਹੈ। ਲਿਖਾਰੀਆਂ ਨੇ ਗੁਰੂ ਖਾਲਸਾ ਜੀ ਜਾਣਨਾ ਨਹੀਂ ਹੁੰਦਾ, ਜਾਣਨਾ ਧਿਆਨੀਆਂ ਨੇ ਹੁੰਦਾ ਹੈ, ਧਿਆਨ ਲਾ ਕੇ। ਗਿਆਨੀਆਂ ਨੇ ਜਾਣਨਾ ਹੁੰਦਾ ਹੈ, ਲਿਖਾਰੀਆਂ ਦਾ ਕੰਮ ਲਿਖਣਾ ਹੁੰਦਾ ਹੈ। ਇਸ ਲਈ ਲੱਖ ਦਾ ਅਰਥ ਜਾਣਨਾ ਹੁੰਦਾ ਹੈ, ਲੱਖ ਦਾ ਅਰਥ ਜਾਣਨਾ ਹੈ ਤੇ ਲਿਖ ਦਾ ਅਰਥ ਲਿਖਣਾ ਹੈ। ਲਿਖਾਰੀ ਲਿਖਦੇ ਨੇ। ਇਹ ਪਾਠ ਪੁਰਾਣੀਆਂ ਬੀੜਾਂ ਵਿੱਚੋਂ ਵੇਖ ਕੇ ਤੇ ਸ਼ੁੱਧ ਕੀਤਾ ਹੈ, ਲੱਲੇ ਨੂੰ ਸਿਹਾਰੀ ਲਾਈ ਹੈ। ਇਹ ਗੁਰੂ ਖਾਲਸਾ ਜੀ ਲਗਾ ਲੈਣੀ। ਤੇ ਸਭ ਕਾਲ ਦਾੜ ਮਹਿ ਹਾਂ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਕਿ ਸਰਬਲੋ ਭਗਵਾਨ ਨੇ ਆਪਣੇ ਮੂੰਹ ਦੇ ਵਿੱਚ ਸਾਰਾ ਸੰਸਾਰ ਲਿਆ ਹੈ। ਜਿੰਨੇ ਦੈਂਤ ਪੈਦਾ ਹੁੰਦੇ ਜਾਂਦੇ ਨੇ, ਸਾਰੇ ਸਰਬਲੋ ਭਗਵਾਨ ਦੀ ਦਾੜ ਦੇ ਵਿੱਚ ਹੀ ਹੈ, ਦਾੜ ਦੇ ਥੱਲੇ ਹੀ ਹੈ। ਬਾਜ ਸਣ ਮੁਖ ਰਿਪ ਪਰਹੀ ਘੋੜਿਆਂ ਦੇ ਸਮੇਤ ਜਿੰਨੇ ਦੁਸ਼ਮਣ ਨੇ, ਸਾਰੇ ਸਰਬਲੋ ਭਗਵਾਨ ਦੇ ਮੂੰਹ ਵਿੱਚ ਪਈ ਜਾਂਦੇ ਨੇ। ਪੁਨ ਪੁਨ ਚਲਤ ਪਰਸਵੇਦ ਹਾਂ, ਕਹਿੰਦੇ ਫਿਰ ਗਰਮੀ ਦੇ ਨਾਲ ਮੁੜਕਾ ਚੋਈ ਜਾਂਦਾ ਹੈ ਵੀਰਜਨਾਥਾਂ ਦੇ ਸਰੀਰਾਂ ਵਿੱਚੋਂ। ਸਵਾਸ ਦਾਨਵ ਪੁਨ ਕਰਹੀ ਹਾਂ, ਸਵਾਸ ਲੈਣੇ ਕਰਕੇ, ਮੁੜਕਾ ਡਿੱਗਣੇ ਕਰਕੇ, ਚਲਤ ਚੱਲਣੇ ਕਰਕੇ ਵੀਰਜਨਾਥ ਹੋਰ ਦੈਂਤ ਪੈਦਾ ਕਰੀ ਜਾਂਦਾ ਏ। ਉਹਦੇ ਮੁੜਕੇ ਤੋਂ, ਉਹਦੇ ਚੱਲਣੇ ਤੋਂ, ਉਹਦੇ ਸਾਹ ਲੈਣ ਤੋਂ ਹੋਰ ਦੈਂਤ ਪੈਦਾ ਹੁੰਦੇ ਜਾਂਦੇ ਨੇ। ਸਾਨੀ ਸਨੈ ਬਾਜ ਗਜਰਾਜ ਮਹਾਰਾਜ ਕਲਗੀਧਰ ਜੀ ਕਹਿੰਦੇ ਕੱਲੇ ਰਾਖਸ਼ ਨਹੀਂ ਪੈਦਾ ਹੁੰਦੇ, ਘੋੜੇ ਵੀ ਨਾਲ ਹੀ ਪੈਦਾ ਹੁੰਦੇ ਐ, ਹਾਥੀ ਵੀ ਨਾਲ ਹੀ ਪੈਦਾ ਹੁੰਦੇ ਐ। ਵੱਡੇ ਵੱਡੇ ਹਾਥੀ ਤੇ ਵੱਡੇ ਵੱਡੇ ਬਾਜ ਘੋੜਿਆਂ ਦੇ ਉੱਪਰ ਚੜੇ ਵੀਰਜਨਾਥ ਰਾਖਸ਼ ਹੋਰ ਜੰਗ ਦੇ ਮੈਦਾਨ ਵਿੱਚ ਪੈਦਾ ਹੁੰਦੇ ਜਾਂਦੇ ਨੇ। ਵੀਰ ਜਨਾਦਨ ਭਵ ਭਰਹੀ ਹਾਂ, ਵੀਰਜਨਾਥ ਭਾਵ ਪੈਦਾ ਹੋ ਕੇ ਭਰੀ ਜੰਗ ਦੇ ਮੈਦਾਨ ਨੂੰ ਭਰੀ ਹੀ ਜਾਂਦੇ ਪਏ ਨੇ। ਕੂਦ ਕੂਦ ਅਸ ਕਰਤ ਹਾਂ, ਕੁੱਦ ਕੇ ਆਸ ਕਿਰਪਾਨਾਂ ਦੇ ਵਾਰ ਕਰਦੇ ਨੇ ਸਰਬਲੋ ਭਗਵਾਨ ਤੇ। ਤੇਗ ਤੀਸ਼ਨ ਰਨ ਝਰਹੀ ਇਦਾਂ ਕਲਗੀਧਰ ਜੀ ਕਹਿੰਦੇ ਤਿੱਖੀਆਂ ਤੇਗਾਂ ਜੰਗ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਗਿਰਤ ਅੰਗ ਮਿਜ ਮਾਸ ਹਾਂ, ਵੀਰਜਨਾਥਾਂ ਦੇ ਅੰਗ ਮਿਜ ਮਾਸ ਸਰੀਰ ਦੇ ਉੱਪਰ, ਧਰਤੀ ਦੇ ਉੱਪਰ ਡਿੱਗਦਾ ਪਿਆ ਏ, ਸਰੀਰ ਦੇ ਨਾਲੋਂ ਵੱਖ ਹੋ ਕਰਕੇ। ਸਰੋਨ ਤਾਸੋਂ ਭੋਏ ਪਰਹੀ ਹਾਂ, ਕਹਿੰਦੇ ਵੀ ਜਿਹੜੇ ਵੀਰਜਨਾਥਾਂ ਦੇ ਸਰੀਰ ਨੇ, ਤਿਨਾਂ ਤੋਂ ਲਹੂ ਟਪਕ ਟਪਕ ਕੇ ਧਰਤੀ ਦੇ ਉੱਪਰ ਪੈ ਰਿਹਾ ਹੈ। ਭੱਬੇ ਔਂਕੜ ਈੜੀ ਸਿਆਰੀ ਤੇ ਉੱਪਰ ਟਿੱਪੀ ਹੈ ਨਾ, ਉਹ ਗੁਰੂ ਖਾਲਸਾ ਜੀ ਬਿੰਦੀ ਵਾਂਗ ਬੋਲਣੀ ਹੈ ਭੋਏ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਥਿੱਤੀ ਬੋਲੀ ਦੀ ਹੈ, ਉਹਦੇ ਟਿੱਪੀ ਦੀ ਆਵਾਜ਼ ਬਿੰਦੀ ਵਰਗੀ ਆਉਂਦੀ ਹੈ। ਕਿਉਂ ਆਉਂਦੀ ਹੈ? ਸੰਪਰਦਾਈ ਉਚਾਰਨ ਬੋਧ ਭਾਗ ਪਹਿਲਾ ਪੜ੍ਹ ਲਿਓ, ਉਹਦੇ ਵਿੱਚ ਸਾਫ ਵਿਸਤਾਰ ਲਿਖਿਆ ਏ। ਅਨੇਕ ਭੁਜਾ ਮੁਖ ਅਨੇਕ ਹਾਂ, ਅਨੇਕਾਂ ਹੀ ਬਾਹਾਂ ਤੇ ਅਨੇਕਾਂ ਹੀ ਮੁਖੜੇ, ਅਨੇਕ ਸ੍ਰਿੰਗਨ ਸਿਰ ਧਰਹੀ ਹਾਂ, ਅਨੇਕਾਂ ਹੀ ਜਿਹੜੇ ਸ੍ਰਿੰਗਨ ਸਿੰਘ ਨੇ ਤੇ ਸਿਰ ਨੇ,
ਉਹ ਧਰਤੀ ਦੇ ਉੱਪਰ ਡਿੱਗਦੇ ਨੇ, ਧਰਤੀ ਦੇ ਧੜੇ ਲੱਗ ਗਏ ਨੇ, ਸਿੰਘਾਂ ਦੇ ਤੇ ਸਿਰਾਂ ਦੇ। ਬਿਸਨ ਪਾਦ ਗਜ ਧਾਰ ਚਤੁਰ ਪਾਦ ਕੇਤਕ ਨਭ ਮਗ ਉਡਤ। ਹਾਂ, ਜਿਹੜੇ ਦੰਤ ਨੇ ਕਈ ਅਸਮਾਨ ਦੇ ਰਸਤੇ ਅਸਮਾਨ ਵਿੱਚ ਉੱਡਦੇ ਪਏ ਨੇ। ਭਟ ਕੇਤਕ ਛਿਤ ਲਰਹੀ। ਹਾਂ, ਕਿੰਨੇ ਸੂਰਮੇ ਧਰਤੀ ਦੇ ਮਾਰਗ ਤੇ ਆ ਕਰਕੇ ਲੜਦੇ ਪਏ ਨੇ ਸਰਬਲੋਕ ਭਗਵਾਨ ਨਾਲ। ਕੇਤਕ ਆਧਾਰ ਲਰਾਹੇ। ਹਾਂ, ਕਈ ਅਸਮਾਨ ਵਿੱਚ ਲੜਦੇ ਪਏ ਨੇ ਤੇ ਕਈਆਂ ਤੋਂ ਸਰਬਲੋਕ ਭਗਵਾਨ ਦੀ ਮਾਰ ਨਹੀਂ ਝੱਲੀ ਜਾਂਦੀ, ਉਹ ਅਸਮਾਨ ਵਿੱਚ ਉੱਡਦੇ ਫਿਰਦੇ ਨੇ। ਕਿਤਕ ਦਾਨਵ ਮਹਿ ਭਰਹੀ। ਹਾਂ, ਕਿੰਨੇ ਦਾਨਵ ਦੰਤਾਂ ਨੇ ਮਹਿ ਧਰਤੀ ਨੂੰ ਭਰੀ ਭਰਿਆ ਹੋਇਆ ਏ, ਭਾਵ ਧਰਤੀ ਦੇ ਭੱਜੇ ਫਿਰਦੇ ਨੇ। ਕੇਤਕ ਪੈਠ ਪਤਾਰ। ਕਈ ਪਤਾਲਾਂ ਵਿੱਚ ਚਲੇ ਗਏ ਨੇ, ਪਤਾਲਾਂ 'ਚ ਜਾ ਕੇ ਜੰਗ ਕਰੀ ਜਾਂਦੇ ਨੇ। ਕਿਤਕ ਅਵਨੀ ਝਾਕ ਝਰਹੀ। ਹਾਂ, ਕਈ ਦੰਤਾਂ ਨੂੰ ਕੰਮ ਨਹੀਂ ਨਾ ਲੱਭਦਾ, ਉਹ ਧਰਤੀ ਨੂੰ ਫੜ ਕੇ ਝਕਝੋਰੇ ਦੇਈ ਜਾਂਦੇ ਐ, ਧਰਤੀ ਨੂੰ ਹਿਲਾਈ ਜਾਂਦੇ ਐ, ਕੰਬਾਈ ਜਾਂਦੇ ਹਨ। ਕੇਤਕ ਨਭ ਚਾੜ ਅਸੁਰ। ਕਈ ਅਸਮਾਨ ਤੇ ਚੜ ਕਰਕੇ ਵੱਡੇ ਵੱਡੇ ਦੰਤ ਕੂਦ ਸੈਨਾ ਮਹਿ ਪਰਹੀ। ਅਸਮਾਨ ਤੇ ਚੜ ਕੇ ਛਾਲ ਮਾਰਦੇ ਨੇ, ਜੰਗ ਦੇ ਮੈਦਾਨ ਵਿੱਚ ਆ ਜਾਂਦੇ ਨੇ, ਸੈਨਾ ਵਿੱਚ ਡਿੱਗ ਪੈਂਦੇ ਨੇ। ਜਿੱਦਾਂ ਬਾਂਦਰ ਇੱਕ ਡਾਣੀ ਤੋਂ ਦੂਜੀ ਤੇ, ਦੂਜੀ ਤੇ ਤੀਜੀ ਤੇ ਫੇਰ ਥੱਲੇ ਆ ਜਾਂਦਾ ਹੈ। ਸਾਨੀ ਕੇਤਕ ਸਿੰਧ ਤਰਾਹੇ। ਕਈ ਸਮੁੰਦਰ ਵਿੱਚ ਤਰਦੇ ਪਏ ਨੇ। ਦੈਤ ਕੇਤਕ ਅਧਰਹੀ। ਕਿੰਨੇ ਦੈਂਤ ਅਸਮਾਨ ਵਿੱਚ ਭੱਜੇ ਫਿਰਦੇ ਨੇ। ਕੇਤਕ ਬਿਸਵ ਵਿਭੂਤ ਮੁਖ। ਹਾਂ, ਕਈ ਛਾਲ ਮਾਰਦੇ ਨੇ ਸਰਬਲੋਕ ਭਗਵਾਨ ਵਾਲੇ ਪਾਸੇ ਨੂੰ ਤੇ ਉਹ ਸਰਬਲੋਕ ਭਗਵਾਨ ਦੇ ਮੂੰਹ ਵਿੱਚ ਜਾ ਪੈਂਦੇ ਨੇ। ਦਾਨਵ ਖੜ ਬੜਹੀ। ਹਾਂ, ਉੱਥੇ ਜਾ ਕਰਕੇ ਜਿਹੜੇ ਦਾਨਵ ਦੰਤ ਨੇ ਨਾ, ਉਹਨਾਂ ਨੂੰ ਫਿਰ ਖੜਬੜੀ ਪੈ ਜਾਂਦੀ, ਇਹ ਕਿਹੜੀ ਖੁੱਡ ਵਿੱਚ ਆ ਡਿੱਗੇ ਐ। ਸਰਬਲੋਕ ਭਗਵਾਨ ਦਾ ਮੂੰਹ ਕਿਹੜਾ ਨਿੱਕਾ ਏ, ਵੱਡੀ ਗੁਫਾ ਏ। ਕਹਿੰਦੇ ਉਹ ਇਹ ਕਿੱਥੇ ਆ ਪਏ ਐ। ਉੱਥੇ ਗੁਰੂ ਖਾਲਸਾ ਜੀ ਫਿਰ ਬੜੇ ਔਖੇ ਹੁੰਦੇ ਨੇ। ਕੇਤਕ ਰਤਨ ਦਰਾਏ। ਹਾਂ, ਕਈ ਸਰਬਲੋਕ ਭਗਵਾਨ ਦੇ ਦੰਦਾਂ ਦੇ ਜਾ ਚੜਦੇ ਨੇ, ਦੰਦਾਂ ਦੇ ਨਾਲ ਫਿਰ ਸਰਬਲੋਕ ਭਗਵਾਨ ਉਹਨਾਂ ਨੂੰ ਚੱਬੀ ਜਾਂਦਾ ਏ, ਦਾੜ ਥੱਲੇ ਭਗਵਾਨ ਦੀ ਥੱਲੇ ਆ ਜਾਂਦੇ ਨੇ। ਨਿਸ਼ਚਰ ਕੇਤਕ ਦਲ ਦਰਹੀ। ਹਾਂ, ਕਿੰਨੇ ਜਿਹੜੇ ਦੰਤ ਨੇ ਉਹਨਾਂ ਦੇ ਦਲਾਂ ਨੂੰ ਭਗਵਾਨ ਦਲੀ ਹੀ ਜਾ ਰਿਹਾ ਹੈ। ਕਰਤ ਕਾਲ ਸਭ ਕਾਲ। ਹਾਂ, ਜਿਹੜੇ ਕਾਲ ਵਰਗੇ ਵੀਰ ਜਨਾਦ ਹੈ ਨਾ ਪੈਦਾ ਹੋ ਰਹੇ ਹੈ, ਉਹਨਾਂ ਸਾਰਿਆਂ ਦਾ ਕਾਲ ਕਹੀਏ ਅੰਤ ਕਰੀ ਜਾਂਦਾ ਭਗਵਾਨ। ਰੂਪ ਧਾਰ ਦੈਤਨ ਮਰਹੀ। ਹਾਂ, ਅਨੇਕਾਂ ਰੂਪ ਧਾਰੀ ਜਾਂਦੇ ਨੇ ਤੇ ਦੈਂਤ ਮਰਹੀ। ਬਿੰਦੀ ਦੇ ਸਹਿਤ ਹੈ, ਬਿਹਾਰੀ ਦੇ ਨਾਲ ਬਿੰਦੀ ਹੈ। ਦੈਂਤ ਜਿਹੜੇ ਨੇ ਉਹ ਮਰਦੇ ਜਾਂਦੇ ਨੇ। ਬਿਸਨ ਪਾਦ ਗਜ ਧਾਰ ਚਰਪਦ ਕੇਤਕ ਮਲ ਕਠੋਰ। ਮਹਾਰਾਜ ਕਲਗੀਧਰ ਜੀ ਕਹਿੰਦੇ ਕਈ ਤੇ ਪੋਲੜ ਜਿਹੇ ਹੀ ਨੇ ਤੇ ਕਈ ਬੜੇ ਕਠੋਰ ਸਰੀਰ ਵਾਲੇ ਦੈਂਤ ਨੇ, ਬੜੇ ਮੱਲ ਪਹਿਲਵਾਨ ਨੇ। ਤਗੜੇ ਗੁਰੂ ਖਾਲਸਾ ਜੀ ਸ਼ੈਲ ਸ਼ਬੀਲੇ ਨੇ। ਦਾਏ ਕੁਸ਼ਤੀ ਕਹ ਠਾਨਤ। ਹਾਂ, ਉਹ ਕੁਸ਼ਤੀ ਵਾਲੇ ਦਾ ਪੇਚ ਕਰਦੇ ਪਏ ਹਨ। ਠੋਕ ਠੋਕ ਭੁਜ ਤਾਲ। ਹਾਂ, ਬਾਹਾਂ ਨੂੰ ਠੋਕਦੇ ਨੇ, ਫਿਰ ਗੁਰੂ ਖਾਲਸਾ ਜੀ ਪੱਟਾਂ ਨੂੰ ਠੋਕਦੇ ਨੇ ਤੇ ਤਾਲੀਆਂ ਵਜਾਉਂਦੇ ਨੇ। ਤਾਲ ਵਜਾ ਕੇ ਪੱਟਾਂ ਦੀ ਆਵਾਜ਼ ਕਰਕੇ ਬਾਹਾਂ ਨੂੰ ਠੋਕ ਕਰਕੇ ਜੰਗ ਦੇ ਮੈਦਾਨ ਵਿੱਚ ਹੀ ਆਉਂਦੇ ਪਏ ਨੇ। ਆਪ ਕਹਿ ਬਲੀ ਪ੍ਰਮਾਨਤ। ਆਪਣੇ ਆਪ ਨੂੰ ਬਲੀ ਗਿਣਦੇ ਪਏ ਨੇ ਵੀ ਸਰਬਲੋ ਸਾਡੇ ਅੱਗੇ ਕੀ ਹੈ, ਅਸੀਂ ਏਡੇ ਵੱਡੇ ਪਹਿਲਵਾਨ, ਇੰਨੇ ਦਾ ਘਾ ਜਾਣਦੇ ਆਂ, ਆ ਲੋਹੇ ਦਾ ਸਰੀਰ, ਸਰਬਲੋ ਸਾਡੇ ਅੱਗੇ ਕੀ ਹੈ। ਲੈ ਲੈ ਚਰਮ ਕਿਰਪਾਨ। ਗੰਡੇ ਦੇ ਢਾਲੇ ਤੇ ਕਿਰਪਾਨਾਂ ਲੈ ਲੈ ਕੇ। ਕਾਸ਼ ਕਾਸ਼ੇ ਬਲ ਸਾਨਤ। ਹਾਂ, ਜਿੰਨੇ ਉਹਨਾਂ ਦੇ ਵਿੱਚ ਬਲ ਨੇ, ਆਪਣੇ ਬਲ ਦੇ ਸਾਨਤ ਕਹੀਏ ਤੁਲ, ਉਹਨਾਂ ਨੇ ਕਾਸ਼ ਕਹੀਏ ਰਾਜ ਸਾਜ ਆਪਣੇ ਸਰੀਰ ਦੇ ਉੱਪਰ ਕਾਸ਼ੇ ਮਨੇ ਸਜਾਇਆ ਹੋਇਆ ਹੈ। ਜਿੱਡਾ ਸਰੀਰ ਓਡੀ ਕਿਰਪਾਨ ਹੈ, ਓਡਾ ਹੀ ਢਾਲਾ ਹੈ। ਆਪਣੇ ਆਪੋ ਆਪਣੇ ਸਰੀਰ ਦੇ ਬਾਲੇ ਅਨੁਸਾਰ ਉਹਨਾਂ ਨੇ ਰਾਜ ਸਾਜ ਸ਼ਸਤਰ ਅਸਤਰ ਆਪਣੇ ਸਰੀਰ ਦੇ ਉੱਪਰ ਕਾਸ਼ੇ ਮਨੇ ਸਜਾਏ ਹੋਏ ਨੇ। ਸਨਮੁਖ ਸਮਰ ਸਰਬ ਲੋਹ। ਜੰਗ ਦੇ ਮੈਦਾਨ ਦੇ ਵਿੱਚ ਸਰਬਲੋ ਭਗਵਾਨ ਦੇ ਸਾਹਮਣੇ ਹੋ ਕਰਕੇ ਕਰੂਰ ਨਿਸ਼ਚਰ ਰਿਸ ਠਾਨਤ। ਜਿਹੜੇ ਕਰੂਰ ਭਿਆਨਕ ਨਿਸ਼ਚਰ ਦੰਤ ਨੇ ਉਹ ਗੁੱਸਾ ਕਰਦੇ ਪਏ ਨੇ, ਗੁੱਸਾ ਠਾਣਦੇ ਪਏ ਨੇ, ਗੁੱਸੇ ਨਾਲ ਖਲੋਤੇ ਨੇ। ਸਾਨੀ ਪਿਲਚ ਬਪ ਜਾਤ। ਹਾਂ, ਫਿਰ ਧਾ ਕੇ ਸਰਬਲੋ ਭਗਵਾਨ ਨੂੰ ਜਾ ਕੇ ਚੁੰਬੜਦੇ ਪਏ ਨੇ।
ਚੁੰਬੜ ਚੁੰਬੜ ਕਰਕੇ ਸਰਬਲੋਕ ਭਗਵਾਨ ਦੇ ਸਰੀਰ ਨੂੰ ਚੁੰਬੜਦੇ ਜਾਂਦੇ ਨੇ। ਛਾਰ ਹੋਇ ਦੈਤ ਬਿਲਾਨਤ। ਹਾਂ, ਜਦੋਂ ਸਰਬਲੋਕ ਭਗਵਾਨ ਦੇ ਸਰੀਰ ਨੂੰ ਚੁੰਬੜਦੇ ਆ ਨਾ ਤੇ ਸਰਬਲੋਕ ਭਗਵਾਨ ਉਤੋਂ ਨੱਕ ਤੋਂ ਠਾਹ ਨੂੰ ਸਾਹ ਛੱਡਦਾ ਏ ਤੇ ਨੱਕ ਦੇ ਵਿੱਚੋਂ ਅੱਗ ਨਿਕਲਦੀ ਹੈ, ਹਵਾ ਨਹੀਂ ਨਿਕਲਦੀ ਸਰਬਲੋਕ ਭਗਵਾਨ ਦੇ। ਜਿੰਨੇ ਚੁੰਬੜੇ ਹੁੰਦੇ ਨੇ ਤੇ ਉਹ ਫਿਰ ਛਾਰ ਹੋਏ, ਸੜ ਕੇ ਸੁਆਹ ਹੋ ਕੇ ਹੱਡੀ ਵੀ ਨਹੀਂ ਲੱਭਦੀ, ਇੰਨੀ ਅੱਗ ਪੈਂਦੀ ਹੈ ਵੀ ਸੁਆਹ ਹੋ ਕਰਕੇ ਜਿਹੜੇ ਦੈਂਤ ਨੇ ਉਹ ਬਿਲਾਨਤ ਮੈਨੇ ਖਤਮ ਹੁੰਦੇ ਜਾ ਰਹੇ ਨੇ। ਜਿਮ ਦੀਪਕ ਹੇਤ ਪਤੰਗ ਜਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਉੱਥੇ ਦੇ ਇਹੋ ਜੀ ਗੱਲ ਬਣ ਗਈ ਵੀ ਜਿੱਦਾਂ ਦੀਵੇ ਦੀ ਸ਼ਮਾ ਜਲਦੀ ਹੋਵੇ ਤੇ ਦੀਵੇ ਦੀ ਸ਼ਮਾ ਦੇ ਨਾਲ ਹੇਤ ਪਿਆਰ ਕਰਕੇ ਤੇ ਪਤੰਗਾ ਸੜ ਜਾਂਦਾ ਏ ਨਾ, ਇਦਾਂ ਹੀ ਉਹ ਸੂਰਮ ਗਤੀ ਨਾਲ ਪਿਆਰ ਕਰਕੇ ਸਰਬਲੋਕ ਭਗਵਾਨ ਨੂੰ ਜਾ ਕੇ ਚੁੰਬੜਦੇ ਨੇ। ਤੇ ਸਰਬਲੋਕ ਭਗਵਾਨ ਜਦੋਂ ਆਪਣੇ ਸਾਹ ਛੱਡਦੇ ਨੇ ਤੇ ਠਾਹ ਨੂੰ ਅੱਗ ਪੈਂਦੀ ਹੈ ਤੇ ਉਹ ਸੁਆਹ ਹੁੰਦੇ ਜਾ ਰਹੇ ਨੇ। ਤਿਮ ਸੰਕ ਨਾ ਮਾਨਤ। ਹਾਂ, ਜਿਵੇਂ ਕਹਿੰਦੇ ਆ ਵੀ ਪਤੰਗਾ ਦੀਪਕ ਦੀ ਲਾਟ ਦੇ ਸ਼ਮਾ ਦੇ ਲਾਗੇ ਜਾ ਕੇ ਸੜ ਜਾਂਦਾ ਏ ਤੇ ਉਹ ਸ਼ੰਕਾ ਨਹੀਂ ਮੰਨਦਾ, ਉਹਨੂੰ ਪਤਾ ਵੀ ਹੈ ਮੈਂ ਸੜ ਜਾਣਾ ਏ, ਪਰ ਦੀਪਕ ਦੇ ਨਾਲ ਉਹ ਪ੍ਰੀਤੀ ਨਹੀਂ ਛੱਡਦਾ। ਇਦਾਂ ਹੀ ਜਿਹੜੇ ਦੰਤ ਨੇ ਉਹ ਗੁਰੂ ਖਾਲਸਾ ਜੀ, ਉਹਨਾਂ ਨੂੰ ਪਤਾ ਏ ਕਿ ਸਰਬਲੋਂ ਨੇ ਸਾਨੂੰ ਫਨਾਹ ਕਰ ਦੇਣਾ ਏ, ਫਿਰ ਵੀ ਉਹ ਐਸਾ ਆਪਣੇ ਮਨ ਵਿੱਚ ਸ਼ੰਕਾ ਨਹੀਂ ਕਰਦੇ, ਮਰਨ ਦਾ ਭਾਉ ਨਹੀਂ ਕਰਦੇ ਤੇ ਸਰਬਲੋਕ ਭਗਵਾਨ ਵੱਲ ਨੂੰ ਧਾ ਧਾ ਕੇ ਪੈਂਦੇ ਪਏ ਨੇ। ਟਰਤ ਨ ਕੈਸੇ ਬਿਨ ਭਰੇ। ਹਾਂ, ਜਿਵੇਂ ਪਤੰਗਾ ਅੱਗ ਵਿੱਚ ਪੈਣ ਤੋਂ ਬਿਨਾ ਟਲਦਾ ਨਹੀਂ ਨਾ, ਉਹਨੂੰ ਲੱਖਾਂ ਵਾਰੀ ਸਮਝਾਈਏ, ਉਹਨੂੰ ਪਛਾਣ ਨੂੰ ਹੋੜੀਏ, ਉਹ ਗੁਰੂ ਖਾਲਸਾ ਜੀ ਅੱਗ ਦੀ ਸ਼ਮਾ ਵੱਲ ਨੂੰ ਧਾ ਧਾ ਕੇ ਜਾਂਦਾ ਏ। ਜੀ ਦੇਤ ਅਗਿਆਨਤ। ਹਾਂ, ਜਿਹੜਾ ਪਤੰਗਾ ਏ ਉਹ ਆਪਣਾ ਜੀਵਨ ਅਗਿਆਨਤਾ ਦੇ ਵਸ ਹੋ ਕੇ ਜਿਵੇਂ ਦੇ ਦਿੰਦਾ ਏ, ਤੈਸੇ ਨਿਸ਼ਚਰ ਰਾਜ। ਹਾਂ, ਤਿਵੇਂ ਹੀ ਜੋ ਨਿਸ਼ਚਰ ਰਾਜ ਵੀਰਿਆਨਾਦ ਹੈ ਉਹ ਗੁਰੂ ਖਾਲਸਾ ਜੀ ਭੱਜ ਭੱਜ ਕੇ ਸਰਬਲੋਕ ਭਗਵਾਨ ਵੱਲ ਨੂੰ ਜਾਂਦਾ ਏ ਤੇ ਆਪਣੇ ਰੂਪ ਜਿਹੜੇ ਨੇ ਉਹ ਨਾਸ਼ ਕਰਵਾਈ ਜਾਂਦਾ ਏ ਸਰਬਲੋਕ ਭਗਵਾਨ ਤੋਂ, ਤੇ ਹੋਰ ਰੂਪ ਜਿਹੜੇ ਨੇ ਉਹ ਪ੍ਰਗਟ ਕਰਵਾਈ ਜਾ ਰਿਹਾ ਏ। ਵਿਸ਼ਵ ਤਨ ਮਾਹੇ ਪਛਾਨਤ। ਵਿਸ਼ਵ ਤਨ ਸਰਬਲੋਕ ਭਗਵਾਨ ਦੇ ਵਿੱਚ ਤੇ ਬੀਰਜਨਾਥ ਦੇ ਵਿੱਚ ਇਹ ਗੱਲ ਗੁਰੂ ਖਾਲਸਾ ਜੀ ਪਛਾਣੀ ਜਾਂਦੀ ਹੈ। ਤੁਸੀਂ ਵੀ ਇਹ ਗੱਲ ਨੂੰ ਪਛਾਣ ਲੈਣਾ ਕਰੋ। ਬਿਸ਼ਨ ਪਾਦ ਗਜ ਧਾਰ ਚਤੁਰ ਪਾਦ ਲੀਲਾ ਅਗਮ ਅਪਾਰ। ਹਾਂ, ਜਿਹੜੇ ਸਰਬਲੋਕ ਭਗਵਾਨ ਜੀ ਨੇ ਉਹ ਅਗੰਮ ਨੇ, ਉਹਨਾਂ ਦੀ ਲੀਲਾ ਤੱਕ ਕਿਸੇ ਦੀ ਗਮਤਾ ਨਹੀਂ, ਉਹ ਅਪਾਰ ਨੇ। ਸਰਬਲੋਕ ਭਗਵਾਨ ਦੀ ਲੀਲਾ ਦਾ ਕਿਸੇ ਨੇ ਪਾਰ ਨਹੀਂ ਪਾਇਆ। ਲਖੇ ਕੋ ਮਰਮ ਨਾ ਪਾਵਤ। ਹਾਂ, ਕੋ ਕੌਣ ਸਰਬਲੋਕ ਭਗਵਾਨ ਦੀ ਅਕਾਲ ਪੁਰਖ ਦੀ ਲੀਲਾ ਨੂੰ ਲਖੇ ਜਾਣਦਾ ਏ, ਕਿਸੇ ਨੇ ਮਰਮ ਭੇਦ ਨਹੀਂ ਪਾਇਆ ਸਰਬਲੋਕ ਭਗਵਾਨ ਦਾ, ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਦਾ। ਦੇਵ ਦੈਤ ਉਪਰਾਜ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਸੱਜੇ ਹੱਥ ਤੋਂ ਦੇਵਤੇ ਖੱਬੇ ਹੱਥ ਤੋਂ ਦੈਂਤਾਂ ਨੂੰ ਪੈਦਾ ਕਰਕੇ ਬਹੁਤ ਦਿਨ ਬਾਦ ਕਰਾਵਤ। ਫਿਰ ਉਹਨਾਂ ਜੀ ਝਗੜਾ ਕਰਵਾ ਦਿੰਦਾ ਹੈ। ਜਿਹੜੇ ਦੇਵਤੇ ਨੇ ਇਹ ਭਗਵਾਨ ਦਾ ਸੱਜਾ ਹੱਥ ਹੈ, ਜਿਹੜੇ ਦੈਂਤ ਨੇ ਇਹ ਖੱਬਾ ਹੱਥ ਹੈ, ਫਿਰ ਉਹਨਾਂ ਦੇ ਵਿੱਚ ਹੀ ਭਗਵਾਨ ਝਗੜਾ ਕਰਵਾ ਦਿੰਦਾ ਏ। ਦੈ ਦੈ ਬਲ ਅਹੰਕਾਰ। ਹਾਂ, ਕਿਸੇ ਨੂੰ ਹੰਕਾਰ ਤੇ ਬਲ ਦੇ ਦਿੰਦਾ ਏ। ਸੁਰਾਸੁਰ ਗੁਰੂ ਖਾਲਸਾ ਜੀ ਆਪਣੇ ਬਲ ਕਰਕੇ ਹੰਕਾਰ ਕਰਕੇ ਤੇ ਜਦੋਂ ਕੋਈ ਬਹੁਤਾ ਆਪਣੇ ਆਪ ਨੂੰ ਵੱਡਾ ਜਾਣਨ ਲੱਗ ਪੈਂਦਾ ਏ। ਸੁਰਾਸੁਰ ਸਮਰਲ ਰਾਵਤ। ਹਾਂ, ਸੁਰਾਸੁਰ ਫਿਰ ਦੇਵਤਿਆਂ ਤੇ ਦੈਂਤਾਂ ਦਾ ਜੰਗ ਕਰਵਾ ਦਿੰਦਾ ਏ। ਇਹ ਜੰਗ ਵਿੱਚ ਉਹਨਾਂ ਨੂੰ ਲੜਾ ਦਿੰਦਾ ਏ, ਆਪ ਹੀ ਬਲ ਤੇ ਆਪ ਹੀ ਹੰਕਾਰ ਦੇ ਕਰਕੇ ਇੱਕ ਨੂੰ ਬਹੁਰ ਨਿਰਵਾਰੋ ਕਰਤ। ਫਿਰ ਉਹੀ ਭਗਵਾਨ ਆਪ ਹੀ ਮਹਾਂਕਾਲ ਦਾ ਜਾਂ ਸਰਬਲੋ ਦਾ ਰੂਪ ਧਾਰ ਕਰਕੇ ਤੇ ਉਹਨਾਂ ਦਾ ਗੁਰੂ ਖਾਲਸਾ ਜੀ ਝਗੜਾ ਨਿਵਾਰ ਦਿੰਦਾ ਏ। ਆਪ ਹੀ ਝਗੜ ਚੁਕਾਵਤ। ਆਪ ਹੀ ਉਹਨਾਂ ਦਾ ਝਗੜਾ ਮੁਕਾ ਦਿੰਦਾ ਏ। ਸਾਨੀ ਬੇਬਲ ਕੋ ਬਲ ਆਪ। ਹਾਂ, ਬੇਬਲ ਮੈਨੇ ਦੁਖੀ, ਜਿਹੜੇ ਜਹਾਨ ਦੇ ਉੱਪਰ ਦੁਖੀ ਹੈ
ਉਹਨਾਂ ਦਾ ਬਲ ਹੈ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪ ਹੀ। ਨਿਤਾਨਨ ਤਾਨ ਵਡਾਵਤ, ਨਿਤਾਨਨ ਜਿਹੜੇ ਨਿਤਾਣੇ ਹੈ ਉਹਨਾਂ ਦੇ ਤਾਨ ਬਲ ਨੂੰ ਆਪ ਹੀ ਵਧਾਉਣ ਵਾਲਾ ਏ ਉਹ। ਅਨਮਾਨਨ ਕੋ ਮਾਨ, ਜਿਨ੍ਹਾਂ ਨੂੰ ਜਹਾਨ ਵਿੱਚ ਕੋਈ ਮਾਨ ਨਹੀਂ ਨਾ ਦਿੰਦਾ ਉਹਨਾਂ ਨੂੰ ਆਪ ਹੀ ਉਹ ਮਾਨ ਦਿੰਦਾ ਏ। ਥਾਵੈ ਥਾਨ ਦਿਵਾਵਤ, ਹਾਂ, ਜਿਨ੍ਹਾਂ ਦਾ ਕੋਈ ਗੁਰੂ ਖਾਲਸਾ ਜੀ ਥਾਂ ਨਹੀਂ ਹੈ, ਜਿਨ੍ਹਾਂ ਨੂੰ ਨਿਥਾਵੇਂ ਕਹਿੰਦੇ ਐ ਉਹਨਾਂ ਨੂੰ ਆਪ ਹੀ ਉਹ ਥਾਂ ਦਿਵਾਉਂਦਾ ਏ। ਗਰੀਬ ਨਿਵਾਜ ਤਿਸ ਨਾਮ, ਉਹਦਾ ਨਾਮ ਗਰੀਬ ਨਵਾਜ ਹੈ। ਗਰੀਬਨ ਪੀਰ ਮਿਟਾਵਤ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪ ਹੀ ਗਰੀਬਾਂ ਦੀ ਪੀੜਾ ਨੂੰ ਮੇਟਦਾ ਏ। ਦੀਨ ਬੰਦ ਹੈ ਬਿਰਦ, ਹਾਂ, ਗਰੀਬਾਂ ਦੇ ਸੰਬੰਧੀ ਹੋਣਾ, ਗਰੀਬਾਂ ਦੀ ਰੱਖਿਆ ਕਰਨੀ ਇਹ ਸੁਭਾਵ ਹੈ। ਬਿਰਦ ਕੀ ਲਾਜ ਰਖਾਵਤ, ਆਪਣੇ ਬਿਰਧ ਸੁਭਾਵ ਦੀ ਉਹ ਲਾਜ ਲੱਜਿਆ ਰੱਖਦਾ ਏ। ਪਿਆਰੇ ਭਾਈ ਦਇਆ ਸਿੰਘ ਜੀ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪੁੱਛਿਆ ਸੀ, ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਗਰੀਬ ਨਵਾਜ ਕਿਉਂ ਕਹਿੰਦੇ ਨੇ? ਤੇ ਉਸ ਵਕਤ ਵੀ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਖਾਲਸਾ ਜੀ ਸ਼ਬਦ ਉਚਾਰਨ ਕੀਤਾ ਸੀ। ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ। ਸਾਨੀ ਬਿਹਬਲ ਕੋ ਬਲ ਆਪ, ਹਾਂ, ਜਹਾਨ ਦੇ ਉੱਪਰ ਜਿਹੜੇ ਬਲ ਤੋਂ ਬੇਬਿਨਾ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਆਪ ਬਲ ਦੇਣ ਵਾਲੇ ਨੇ। ਨਿਤਾਨਨ ਤਾਨ ਵਡਾਵਤ, ਹਾਂ, ਜਿਨ੍ਹਾਂ ਵਿੱਚ ਤਾਨ ਨਹੀਂ ਹੈ ਉਹਨਾਂ ਦੇ ਤਾਨ ਬਲ ਨੂੰ ਆਪ ਗੁਰੂ ਨਾਨਕ ਸਾਹਿਬ ਜੀ ਵਧਾਉਣ ਵਾਲੇ ਨੇ। ਅਨਮਾਨਨ ਕੋ ਮਾਨ, ਜਿਨ੍ਹਾਂ ਨੂੰ ਕੋਈ ਮਾਨ ਨਹੀਂ ਦਿੰਦਾ ਭਾਈ ਲਾਲੋ ਵਰਗਿਆਂ ਨੂੰ, ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀਆਂ ਸੁੱਕੀਆਂ ਰੋਟੀਆਂ ਖਾ ਕੇ ਉਹਨਾਂ ਨੂੰ ਮਾਨ ਬਖਸ਼ਣੇ ਵਾਲੇ ਨੇ। ਨਿਥਾਵੈ ਥਾਨ ਦਿਵਾਵਤ, ਜਿਨ੍ਹਾਂ ਨੂੰ ਗੁਰੂ ਖਾਲਸਾ ਜੀ ਅਮਰੂ ਨਿਥਾਵਾਂ ਕਹਿੰਦੇ ਸਨ ਉਹਨਾਂ ਨੂੰ ਗੁਰਤਾ ਗੱਦੀ ਦਾ ਥਾਨ ਆਪ ਹੀ ਗੁਰੂ ਅੰਗਦ ਸਾਹਿਬ ਰੂਪ ਹੋ ਕਰਕੇ ਦਿਵਾਉਣਾ ਕੀਤਾ ਏ। ਐਸੇ ਗੁਰੂ ਨਾਨਕ ਸਾਹਿਬ ਜੀ ਨੇ। ਗਰੀਬ ਨਿਵਾਜ ਤਿਸ ਨਾਮ, ਇਸ ਵਾਸਤੇ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਗਰੀਬ ਨਵਾਜ ਹੈ। ਗਰੀਬਨ ਪੀਰ ਮਿਟਾਵਤ, ਉਹ ਗਰੀਬਾਂ ਦੀ ਪੀੜਾ ਨੂੰ ਮੇਟਣਾ ਕਰਦੇ ਨੇ। ਦੀਨ ਬੰਦ ਹੈ ਬਿਰਦ, ਹਾਂ, ਗਰੀਬਾਂ ਦੇ ਸਖਾ ਹੋਣਾ, ਗਰੀਬਾਂ ਦੇ ਸੰਬੰਧੀ ਬਣਨਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਬਿਰਦ ਹੈ। ਬਿਰਦ ਕੀ ਲਾਜ ਰਖਾਵਤ, ਗੁਰੂ ਨਾਨਕ ਸਾਹਿਬ ਜੀ ਆਪਣੇ ਸੁਭਾਵ ਦੀ ਲੱਜਾ ਰੱਖਦੇ ਨੇ। ਐਸਾ ਉਪਦੇਸ਼ ਵੀ ਪਿਆਰੇ ਭਾਈ ਦਇਆ ਸਿੰਘ ਜੀ ਦੇ ਪੁੱਛਣੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ ਸੀ। ਬਿਸ਼ਨ ਪਦ ਗਾਜ ਧਾਰ ਚਤੁਰ ਪਦ ਕਬ ਬਾਚ, ਹਾਂਜੀ, ਚਤੁਰ ਪਦ ਤੇ ਦੋ ਡੰਡੇ ਹੈ। ਇਹ ਗੁਰੂ ਖਾਲਸਾ ਜੀ ਚਤੁਰ ਪਦ ਆ ਰਹੇ ਨੇ ਤੇ ਦੋ ਚਤੁਰ ਪਦਾਂ ਦਾ ਇੱਕ ਅਸ਼ਟਕ ਬਣ ਰਿਹਾ ਹੈ। ਤੇ ਕਬ ਬਾਚ ਗੁਰੂ ਨਾਨਕ ਸਾਹਿਬ ਜੀ 10ਵੇਂ ਜਾਮੇ ਦੇ ਵਿੱਚ ਆਪ ਹੁਣ ਕਵੀ ਰੂਪ ਹੋ ਕਰਕੇ ਕਿਰਪਾ ਕਰਦੇ ਪਏ ਨੇ। ਪਹਿਲੇ ਜਮ ਵਿੱਚ ਵੀ ਕਿਹਾ ਹੈ ਨਾਨਕ ਸਾਇਰ ਏਵ ਕਹਿਤ ਹੈ, ਆਪਣੇ ਆਪ ਨੂੰ ਸਾਇਰ ਕਵੀ ਆਖਿਆ ਹੈ। ਤੇ 10ਵੇਂ ਜਾਮੇ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਆਪਣੇ ਆਪ ਨੂੰ ਕਵੀ ਕਿਹਾ ਹੈ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ। ਸਕਰ ਨਿਮਾਨਾ ਜਾਨ, ਹਾਂ, ਸਕਰ ਇੰਦਰ ਨੂੰ ਨਿਮਾਣਾ ਜਾਣ ਕਰਕੇ ਆਪ ਪਖ ਕਰਿਓ ਗੁਸਾਈ, ਆਪ ਪਖ ਕੀਤਾ ਏ। ਭਾਵੇਂ ਗੁਰੂ ਖਾਲਸਾ ਜੀ ਕੋਈ ਜਿੰਨਾ ਮਰਜੀ ਅਪਰਾਧੀ ਕਿਉਂ ਨਾ ਹੋਵੇ, ਜਿੰਨਾ ਮਰਜੀ ਪਾਪੀ ਕਿਉਂ ਨਾ ਹੋਵੇ, ਜਦੋਂ ਉਹ ਨਿਮਾਣਾ ਹੋ ਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਚਲਿਆ ਜਾਂਦਾ ਹੈ ਨਾ, ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਫਿਰ ਸ਼ਰਨ ਆਇਆਂ ਨੂੰ ਗਲੇ ਲਾ ਹੀ ਲੈਂਦਾ ਹੈ। ਉਹਨਾਂ ਦਾ ਪੱਖ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਰ ਹੀ ਦਿੰਦਾ ਹੈ। ਇੰਦਰ ਗੁਰੂ ਖਾਲਸਾ ਜੀ ਭਾਵੇਂ ਇਹ ਬੇਕਰਮੀ ਹੈ, ਭਾਵੇਂ ਇਹਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਦੁਨੀਆ ਦੇ ਉੱਤੇ, ਪਰ ਫਿਰ ਵੀ ਗੁਰੂ ਖਾਲਸਾ ਜੀ ਹੁਣ ਬਿਪਤਾ ਦੇ ਵਿੱਚ ਪਿਆ, ਭਗਵਾਨ ਦੇ ਅੱਗੇ ਜਦੋਂ ਅਰਦਾਸਾਂ ਕਰਦਾ ਪਿਆ ਏ ਤੇ ਭਗਵਾਨ ਨੇ ਇਹਨੂੰ ਨਿਮਾਣਾ ਜਾਣ ਕਰਕੇ ਆਪ ਇਹਦਾ ਪੱਖ ਕਰਨਾ ਕੀਤਾ ਏ। ਵਿਸ਼ਵ ਰੂਪ ਬੈਰਾਟ, ਹਾਂ, ਬੈਰਾਟ ਸਰੂਪ ਵਾਹਿਗੁਰੂ ਅਕਾਲ ਪੁਰਖ ਨੇ
ਵਿਸ਼ਵ ਰੂਪ ਸਰਬਲੋ ਰੂਪ ਧਾਰਨਾ ਕੀਤਾ ਏ। ਪ੍ਰਗਟ ਕਰ ਸਮਰ ਕਰਾਏ। ਸਰਬਲੋ ਰੂਪ ਪ੍ਰਗਟ ਕਰਕੇ ਜੰਗ ਕਰਨਾ ਕੀਤਾ ਏ। ਹਨਤ ਨਿਸਾਚਰ ਕਰੂਰ। ਹਾਂ, ਜਿਹੜੇ ਕਰੂਰ ਭਿਆਨਕ ਦੈਂਤ ਨੇ ਉਹਨਾਂ ਨੂੰ ਮਾਰਨਾ ਕੀਤਾ ਏ। ਗਰਭ ਗਰਬੀਨ ਚਬਾਈ। ਜਿਹੜੇ ਵੱਡੇ ਹੰਕਾਰੀ ਸਨ ਉਹਨਾਂ ਵੱਡਿਆਂ ਵੱਡਿਆਂ ਹੰਕਾਰੀਆਂ ਦੇ ਹੰਕਾਰ ਨੂੰ ਚਬਾਉਣਾ ਕੀਤਾ ਏ। ਦੀਨ ਦਰਦ ਦੁਖ ਹਰਨ। ਦੀਨ ਗਰੀਬਾਂ ਦੇ ਦਰਦ ਤੇ ਦੁੱਖ ਨੂੰ ਹਰਨ ਕਹੀਏ, ਨਾਸ਼ ਕਰਨ ਵਾਲਾ। ਦੀਨ ਨਿਮਰਤਾ ਭੈ ਸੰਯੁਗਤ ਜਿਹੜੇ ਨੇ ਉਹਨਾਂ ਦਾ ਗੁਰੂ ਖਾਲਸਾ ਜੀ ਜਿਹੜਾ ਆਦਿ ਰੂਪ ਦੁੱਖ ਹੈ ਤੇ ਵਿਆਧੀ ਰੂਪ ਦਰਦ ਹੈ ਤੇ ਮਾਨਸਿਕ ਆਪਣੇ ਕੋਲੋਂ ਲਗਾ ਲੈਣਾ ਹੈ। ਆਦਿ ਵਿਆਧੀ ਤੇ ਉਪਾਧੀ ਆਪਣੇ ਕੋਲੋਂ ਲਗਾ ਲੈਣਾ ਹੈ ਤੇ ਆਦਿ ਤੇ ਵਿਆਧੀ, ਦਰਦ ਦਾ ਆਦਿ ਤੇ ਦੁੱਖ ਦਾ ਵਿਆਧੀ ਤੇ ਉਪਾਧੀ ਆਪਣੇ ਕੋਲੋਂ ਲਾ ਕੇ ਜਿਹੜੇ ਦੀਨ ਗਰੀਬ ਹੈ ਉਹਨਾਂ ਦੇ ਤਿੰਨਾਂ ਦੁੱਖਾਂ ਨੂੰ ਉਹ ਹਰਨ ਵਾਲਾ ਹੈ। ਇਸੇ ਤਰੀਕੇ ਦੇ ਨਾਲ ਦਰਦ ਜਿਹੜੇ ਤਨ ਦੇ ਦੁੱਖ ਨੇ ਤੇ ਗੁਰੂ ਖਾਲਸਾ ਜੀ ਦੁੱਖ ਜਿਹੜੇ ਮਨ ਦੇ ਦੁੱਖ ਨੇ ਉਹਨਾਂ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹਰਨ ਵਾਲਾ ਹੈ। ਦੀਨ ਜਿਹੜੇ ਨਿਮਰਤਾ ਸੰਯੁਗਤ ਨੇ ਇਹ ਲੋਕ ਦੇ ਜਿਹੜੇ ਦਰਦ ਨੇ ਤੇ ਪਰਲੋਕ ਵਿੱਚ ਜਿਹੜੀਆਂ ਜਮਦੂਤਾਂ ਦੀਆਂ ਤਾੜਨਾ ਰੂਪੀ ਦੁੱਖ ਨੇ ਉਹਨਾਂ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹਰਨ ਵਾਲਾ ਹੈ। ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਹਿਰਦੇ ਦੇ ਵਿੱਚ ਜਿਹੜੀ ਪੀੜਾ ਹੈ ਅਤੇ ਸਥੂਲ ਸਰੀਰ ਨੂੰ ਜਿਹੜੇ ਦੁਖੜੇ ਨੇ ਉਹਨਾਂ ਨੂੰ ਗੁਰੂ ਖਾਲਸਾ ਜੀ ਉਹ ਹਰਨ ਵਾਲਾ ਹੈ। ਇਹ ਗੁਰੂ ਖਾਲਸਾ ਜੀ ਲੁਕਾਈ ਦਾ ਜੋ ਦਰਦ ਹੈ ਤੇ ਜੰਮਣ ਮਰਨ ਦੀ ਜੋ ਪੀੜਾ, ਐਸਾ ਜੋ ਦੁੱਖ ਹੈ 84 ਦੇ ਚੱਕਰ ਦਾ, ਉਸ ਨੂੰ ਉਹ ਹਰਨ ਵਾਲਾ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਭਾਰ ਬਸਦਾ ਉਤਰਾਈ। ਹਾਂ, ਜੋ ਬਸਦਾ ਧਰਤੀ ਦਾ ਭਾਰ ਹੈ ਉਸ ਨੂੰ ਉਤਾਰਨ ਵਾਲਾ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਸਾਨੀ ਪਾਪ ਜਗਤ ਕੈ ਸਕਲ। ਹਾਂ, ਜਦੋਂ ਗੁਰੂ ਖਾਲਸਾ ਜੀ ਸੰਸਾਰ ਜਿਹੜਾ ਹੈ ਉਹ ਪਾਪਾਂ ਕਰਕੇ ਮੈਲਾ ਹੋ ਜਾਂਦਾ ਹੈ, ਜਦੋਂ ਇਹ ਸੰਸਾਰ ਦੇ ਉੱਪਰ ਜ਼ਿਆਦੇ ਪਾਪ ਵੱਧ ਜਾਂਦੇ ਨੇ ਤੇ ਉਦੋਂ ਗੁਰੂ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੰਸਾਰ ਦੀ ਪਰਲੈ ਕਰ ਦਿੰਦੇ ਨੇ। ਜਿੱਦਾਂ ਸਰੀਰ ਨੂੰ ਛੋਟੀ ਮੋਟੀ ਬਿਮਾਰੀ ਲੱਗ ਜਾਵੇ ਉਹਦਾ ਇਲਾਜ ਕਰਕੇ ਤੇ ਸਰੀਰ ਫਿਰ ਗੁਰੂ ਖਾਲਸਾ ਜੀ ਅਰੋਗ ਕਰ ਲਈਦਾ ਹੈ। ਜਦੋਂ ਗੁਰੂ ਖਾਲਸਾ ਜੀ ਅਸਾਧ ਰੋਗ, ਲਾ ਇਲਾਜ ਰੋਗ ਸਰੀਰ ਨੂੰ ਲੱਗ ਜਾਵੇ ਤੇ ਉਸ ਵਕਤ ਵਾਹਿਗੁਰੂ ਫਿਰ ਸਰੀਰ ਦਾ ਖਾਤਮਾ ਕਰਕੇ ਬੰਦੇ ਨੂੰ ਫਿਰ ਨਵਾਂ ਜਾਮਾ, ਨਵਾਂ ਸਰੀਰ ਦੇ ਦਿੰਦਾ ਹੈ। ਇਦਾਂ ਹੀ ਗੁਰੂ ਖਾਲਸਾ ਜੀ ਜਨਮ ਮਰਨ ਦਾ ਕਾਰਨ ਜੋ ਪਾਪ ਨੇ, ਪਾਪ ਕਹਿ ਜਗਤ ਸਕਲ, ਇਦਾਂ ਅਨਵੇਂ ਹੋਵੇਗਾ। ਜੋ ਜਨਮ ਮਰਨ ਦੇ ਕਾਰਨ ਪਾਪ ਪੁੰਨ ਨੇ ਤੇ ਪਾਪ ਵਧਨੇ ਕਰਕੇ ਸਾਰੇ ਹੀ ਜਗਤ ਦੀ ਪ੍ਰਲੈ ਕਰ ਸੈਨ ਕਰਾਈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪ੍ਰਲੈ ਕਰ ਦਿੰਦਾ ਹੈ ਤੇ ਜਿਹੜੇ ਪਾਪ ਨੇ ਉਹਨਾਂ ਨੂੰ ਸੈਨ ਕਹੀਏ ਸਵਾਉਣਾ, ਕਰਾਈ ਮੈਨੇ ਕਰ ਦਿੰਦਾ ਹੈ। ਗੁਰੂ ਖਾਲਸਾ ਜੀ ਇਹ ਲਿਖਿਆ ਹੈ ਉਪਨਿਸ਼ਦਾਂ ਦੇ ਵਿੱਚ, ਜਦੋਂ ਗੁਰੂ ਖਾਲਸਾ ਜੀ ਇਹ ਸਾਰੇ ਸੰਸਾਰ ਦੀ ਪਰਲੈ ਹੋ ਜਾਂਦੀ ਹੈ ਨਾ, ਉਸ ਵਕਤ ਜਿੰਨੇ ਜੀਵਾਂ ਦੇ ਪਾਪ ਕਰਮ ਨੇ, ਜੀਵਾਂ ਦੇ ਪੁੰਨ ਕਰਮ ਨੇ, ਇਹ ਗੁਰੂ ਖਾਲਸਾ ਜੀ ਸੌਂ ਜਾਂਦੇ ਨੇ। ਜਿਵੇਂ ਇੱਕ ਬੀਜ ਹੁੰਦਾ ਹੈ, ਬੀਜ ਵਿੱਚ ਗੁਰੂ ਖਾਲਸਾ ਜੀ ਜਿਹੜੀ ਉਗਣ ਸ਼ਕਤੀ ਹੁੰਦੀ ਹੈ ਉਹ ਸੁੱਤੀ ਹੁੰਦੀ ਹੈ। ਜਦੋਂ ਜੋਗ ਧਰਤੀ ਦੇ ਵਿੱਚ ਉਹ ਬੀਜ ਬੀਜਿਆ ਜਾਂਦਾ ਹੈ, ਉਹਦੇ ਵਿੱਚ ਉਗਣ ਸ਼ਕਤੀ ਫਿਰ ਜਾਗ ਪੈਂਦੀ ਹੈ ਤੇ ਉਹ ਬੀਜ ਬਿਰਖ ਦਾ ਰੂਪ ਧਾਰਨ ਕਰ ਜਾਂਦਾ ਹੈ। ਇਦਾਂ ਹੀ ਗੁਰੂ ਖਾਲਸਾ ਜੀ ਜਦੋਂ ਪਰਲੈ ਹੁੰਦੀ ਹੈ ਨਾ, ਜਿੰਨੇ ਜੀਵਾਂ ਦੇ ਪੁੰਨ ਕਰਮ ਨੇ, ਪਾਪ ਕਰਮ ਨੇ, ਇਹ ਸਾਰੇ ਸੌਂ ਜਾਂਦੇ ਨੇ। ਇਹਨਾਂ ਵਿੱਚ ਗੁਰੂ ਖਾਲਸਾ ਜੀ ਜਿਹੜੀ ਉਪਜਣ ਦੀ ਸ਼ਕਤੀ ਹੈ ਉਹ
ਸੁੱਤਿਆਂ ਸਮਾਨ ਸਮਝ ਲਓ, ਇਸ ਤਰੀਕੇ ਨਾਲ ਹੋ ਜਾਂਦੀ ਹੈ। ਇਹ ਸਾਰੇ ਹੀ ਕਰਮ ਸੋਨੇ ਦਾ ਆਂਡਾ ਬਣ ਕੇ ਫਿਰ ਗੁਰੂ ਖਾਲਸਾ ਜੀ ਪਾਣੀ ਦੇ ਉੱਪਰ ਤਰਦੇ ਫਿਰਦੇ ਨੇ। ਹਿਰਨ ਨਾਮ ਗੁਰੂ ਖਾਲਸਾ ਜੀ ਸੋਨੇ ਦਾ ਏ, ਗਰਭ ਨਾਮ ਆਂਡੇ ਦਾ ਏ। ਉਹ ਆਂਡੇ ਨੂੰ ਹਿਰਨ ਗਰਭ ਲਿਖਿਆ ਏ। ਇਹ ਗੁਰੂ ਖਾਲਸਾ ਜੀ ਜਿਹੜੇ ਕਰਮ ਨੇ ਅੰਤਾਕਰਨ ਵਿੱਚ ਰਹਿੰਦੇ ਨੇ, ਤੇ ਅੰਤਾਕਰਨ ਨੂੰ ਹੀ ਸੂਖਮ ਸਰੀਰ ਕਹਿੰਦੇ ਨੇ। ਤਾਂ ਹੀ ਗੁਰੂ ਖਾਲਸਾ ਜੀ ਸੂਖਮ ਸਰੀਰ ਦਾ ਨਾਮ ਕਈ ਥਾਵਾਂ ਤੇ ਹਿਰਨ ਗਰਭ ਵੀ ਲਿਖਿਆ ਆਉਂਦਾ ਹੈ। ਅਧਿਆਤਮ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਵਾਰਤਾ ਲਿਖੀ ਹੈ। ਸੋ ਇੰਜ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਜਦੋਂ ਸੰਸਾਰ ਦੇ ਉੱਪਰ ਪਾਪ ਵੱਧ ਜਾਂਦੇ ਨੇ, ਉਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੰਸਾਰ ਦੀ ਪਰਲੈ ਕਰ ਦਿੰਦਾ ਹੈ। ਸੋ ਇੱਥੇ ਕਹਿੰਦੇ ਨੇ ਪਾਪਾਂ ਕਰਕੇ ਜਦੋਂ ਵੀਰਯਨਾਥ ਜ਼ਿਆਦਾ ਜ਼ੋਰ ਫੜ ਗਿਆ ਤੇ ਧਰਤੀ ਦੇ ਉੱਪਰ ਪਾਪ ਹੀ ਪਾਪ ਵੱਧ ਗਏ। ਧਰਤੀ ਵੀ ਗੁਰੂ ਖਾਲਸਾ ਜੀ ਇਹਨਾਂ ਦੰਤਾਂ ਦਾ ਭਾਰ ਝੱਲਣ ਤੋਂ ਅਸਮਰੱਥ ਹੋ ਗਈ। ਉਸ ਵਕਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦੇ ਉੱਪਰ ਪਰਲੈ ਕਰ ਦਿੱਤੀ ਹੈ। ਤੇ ਪਰਲੈ ਕਰਕੇ ਜਿਹੜੇ ਪਾਪ ਕਰਮ ਸਨ, ਪੁੰਨ ਕਰਮ ਸਨ, ਇਹਨਾਂ ਨੂੰ ਸੈਨ ਆਰਾਮ ਕਰਾ ਦਿੱਤਾ ਹੈ। ਭਾਵ ਇਹਨਾਂ ਨੂੰ ਸੁਆ ਦਿੱਤਾ ਹੈ। ਇਹ ਸਾਰੇ ਅੰਡਾ ਰੂਪ ਹੋ ਕਰਕੇ, ਸੋਨੇ ਦਾ ਅੰਡਾ ਰੂਪ ਹੋ ਕੇ ਪਾਣੀ ਦੇ ਉੱਪਰ ਤਰਨ ਲੱਗ ਪਏ ਨੇ। ਇਹ ਕਥਾ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤੁਹਾਨੂੰ ਮੈਂ ਖੋਲ ਕੇ ਸੁਣਾਵਾਂਗਾ। ਨੌਤਨ ਜੁਗ ਪ੍ਰਬੰਧ। ਹਾਂ, ਫਿਰ ਵੀਰਯਨਾਥ ਨੂੰ ਮਾਰ ਕਰਕੇ ਤੇ ਨਵਾਂ ਯੁੱਗਾਂ ਦਾ ਪ੍ਰਬੰਧ ਕਰ ਦਿੱਤਾ। ਫਿਰ ਧਰਤੀ ਰਚ ਦਿੱਤੀ, ਸੂਰਜ ਰਚ ਦਿੱਤਾ, ਚੰਦਰਮਾ ਰਚ ਦਿੱਤਾ, 4 ਯੁੱਗ ਬਣਾ ਦਿੱਤੇ। ਇਹਦਾ ਨਵਾਂ ਹੀ ਯੁੱਗਾਂ ਦਾ ਪ੍ਰਬੰਧ ਜਿਹੜਾ ਹੈ, ਇੰਤਜ਼ਾਮ ਹੈ, ਉਹ ਕਰ ਦੇਣਾ ਕੀਤਾ ਏ। ਸਕਰ ਕਹਿ ਰਾਜ ਦਿਵਾਈ। ਸਕਰ ਇੰਦਰ ਦੇ ਤਾਈ ਫਿਰ ਇੰਦਰਪੁਰੀ ਦਾ ਰਾਜ ਦਿਵਾ ਦੇਣਾ ਕੀਤਾ। ਗਰਭ ਨਿਵਾਰਿਓ ਇੰਦਰ। ਇੰਦਰ ਦਾ ਗੁਰੂ ਖਾਲਸਾ ਜੀ ਹੰਕਾਰ ਨਿਵਾਰ ਦੇਣਾ ਕੀਤਾ ਏ। ਦੇਵਤਨ ਗਰਭ ਮਿਟਾਈ। ਹਾਂ, ਦੇਵਤਿਆਂ ਦੇ ਹੰਕਾਰ ਨੂੰ ਵੀ ਮੇਟ ਦੇਣਾ ਕੀਤਾ ਏ ਵੀਰਯਨਾਥ ਪੈਦਾ ਕਰਕੇ। ਹੁਣ ਇਹ ਕਥਾ ਆਵੇਗੀ, ਸਰਬਲੋਕ ਭਗਵਾਨ ਦੇ ਉੱਪਰ ਵੀਰਯਨਾਥ ਦਾ ਜ਼ੋਰ ਪੈ ਜਾਵੇਗਾ। ਇੱਕ ਵਾਰ ਸਰਬਲੋਕ ਭਗਵਾਨ ਤੇ ਵੀ ਭਾਰੀ ਪੈ ਜਾਣਗੇ। ਫਿਰ ਗੁਰੂ ਖਾਲਸਾ ਜੀ ਸਰਬਲੋਕ ਭਗਵਾਨ ਸੋਚਣਗੇ ਕਿ ਹੁਣ ਇਹਨਾਂ ਦੰਤਾਂ ਦਾ ਨਾਸ਼ ਕਰਨਾ ਔਖਾ ਹੈ। ਇਹ ਜਿਹੜੀ ਧਰਤੀ ਦੇ ਉੱਪਰ ਇਹ ਪੈਦਾ ਹੋ ਰਹੇ ਨੇ, ਜਿਹੜੇ ਜਲਵਾਯੂ ਵਿੱਚ ਇਹਨਾਂ ਦੀ ਉਤਪਤੀ ਹੋ ਰਹੀ ਹੈ, ਉਹ ਜਲਵਾਯੂ ਹੀ ਖਤਮ ਕਰ ਦਿੰਦੇ ਆ। ਫਿਰ ਭਗਵਾਨ ਸਾਰੀ ਧਰਤੀ ਦੀ ਪਰਲੈ ਕਰ ਦੇਣਗੇ। ਜਿੰਨੇ ਗੁਰੂ ਖਾਲਸਾ ਜੀ ਵੀਰਯਨਾਥ ਦੇ ਰੂਪ ਨੇ, ਉਹ ਸਾਰੇ ਪਾਣੀ ਵਿੱਚ ਡੁੱਬ ਕੇ ਮਰ ਜਾਣਗੇ। ਇੱਕੋ ਹੀ ਵੀਰਯਨਾਥ ਜਿੰਦਾ ਰਹਿ ਜਾਵੇਗਾ। ਇੱਕ ਪਾਸੇ ਸਰਬਲੋਕ ਭਗਵਾਨ, ਦੂਜੇ ਪਾਸੇ ਗੁਰੂ ਖਾਲਸਾ ਜੀ ਵੀਰਯਨਾਥ। ਪਾਣੀ ਹੀ ਪਾਣੀ, ਸੂਰਜ ਚੰਦਰਮਾ ਸਭ ਕੁਝ ਪਾਣੀ ਵਿੱਚ ਡੁੱਬ ਜਾਵੇਗਾ। ਗੁਰੂ ਖਾਲਸਾ ਜੀ ਗੋਡਿਆਂ ਤੱਕ ਪਾਣੀ ਰਹੇਗਾ। ਵੀਰਯਨਾਥ ਦੇ ਤੇ ਸਰਬਲੋਕ ਭਗਵਾਨ ਦੇ, ਸਰਬਲੋਕ ਭਗਵਾਨ ਦੇ ਗਿੱਟਿਆਂ ਤੱਕ ਤੇ ਵੀਰਯਨਾਥ ਦੇ ਗੋਡਿਆਂ ਤੱਕ, ਦੋਨੋਂ ਹੀ ਗੁਰੂ ਖਾਲਸਾ ਜੀ ਆਮੋ ਸਾਹਮਣੇ ਖਲੋਣਗੇ। ਇਹ ਹੁਣ ਅੱਗੇ ਪ੍ਰਸੰਗ ਆਵੇਗਾ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇੰਦਰ ਦਾ ਹੰਕਾਰ ਵੀ ਵੀਰਯਨਾਥ ਪੈਦਾ ਕਰਕੇ ਤੇ ਦੇਵਤਿਆਂ ਦਾ ਹੰਕਾਰ ਵੀ ਮੇਟ ਦੇਣਾ ਕੀਤਾ ਏ। ਜੇਤਿਕ ਕਸਮਲ ਜਗਤ ਕੇ। ਹਾਂ, ਜਿੰਨੇ ਵੀ ਪਾਪ ਸਨ, ਪਾਪਾਂ ਕਰਕੇ ਜਗਤ ਮਲੀਨ ਹੋਇਆ ਸੀ। ਜਿੰਨੇ ਵੀ ਕਸਮਲ ਪਾਪ ਸਨ, ਤੇ ਸਕਲ ਨਸਾਈ। ਹਾਂ, ਪਰਲੇ ਕਰਕੇ ਉਹ ਸਾਰੇ ਹੀ ਨਾਸ਼ ਕਰ ਦੇਣਾ ਕੀਤੇ ਨੇ। ਬਿਸ਼ਨ ਪਾਦ ਗਾਜ ਧਾਰ ਚਤੁਰ ਪਾਦ, ਸਤ ਜੁਗ ਨੌਤਨ ਕਰਿਓ। ਹਾਂ, ਜਦੋਂ ਗੁਰੂ ਖਾਲਸਾ ਜੀ ਪਰਲੇ ਹੋ ਗਈ ਤੇ ਇੰਦਰ ਨੂੰ ਰਾਜ ਤਖਤੇ ਤੇ ਬਹਾ ਦਿੱਤਾ। ਫਿਰ ਨਵਾਂ ਸਤਜੁਗ ਮੁੱਢ ਤੋਂ ਗੁਰੂ ਖਾਲਸਾ ਜੀ ਇਹ ਸ੍ਰਿਸ਼ਟੀ ਪ੍ਰਾਰੰਭ ਕਰ ਦਿੱਤੀ ਹੈ। ਕਲਪ ਕਲਪਾਂਤ ਪ੍ਰਲੈਕਾਰ। ਹਾਂ, ਫਿਰ ਕਲਪਾਂ ਕਲਪਾਂਤਰਾਂ ਦਾ ਚੱਕਰ ਚਲਾ ਦੇਣਾ ਕੀਤਾ ਇਹ ਪਰਲੇ ਕਰਕੇ। ਜਦੋਂ ਦੀ ਗੁਰੂ ਖਾਲਸਾ ਜੀ ਪਰਲੇ ਹੋਈ ਹੈ ਨਾ, ਉਦੋਂ ਤੋਂ ਲੈ ਕੇ ਆ 40ਵਾਂ ਕਲਯੁਗ ਯੁੱਗ ਆ ਗਿਆ ਹੈ। ਆ 40ਵਾਂ ਯੁੱਗ ਹੈ।
ਇਹ ਗੁਰੂ ਖਾਲਸਾ ਜੀ ਜਿਹੜਾ ਜੰਗ ਹੈ ਨਾ, ਇਹ ਪਰਲੋ ਤੋਂ ਪਹਿਲੋਂ ਦਾ ਹੈ। ਧਿਆਨ ਦੇ ਕੇ ਗੱਲ ਸੁਣਨ ਵਾਲੀ ਹੈ। ਦਸਮ ਗ੍ਰੰਥ ਦੇ ਵਿੱਚ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ 4 ਯੁੱਗਾਂ ਦੀ ਕਥਾ ਕਹੀ ਹੈ। 4 ਯੁੱਗਾਂ ਦੇ ਅਵਤਾਰਾਂ ਦੀ ਕਥਾ ਕਹੀ ਹੈ। ਇਹ ਜੋ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਕਥਾ ਹੈ ਨਾ, ਇਹ ਗੁਰੂ ਖਾਲਸਾ ਜੀ ਪਰਲਿਆਂ ਤੋਂ ਪਹਿਲੋਂ ਦੀ ਹੈ। ਇਹ ਪਰਲਿਆਂ ਤੋਂ ਪਹਿਲੋਂ ਦੀ ਸ੍ਰਿਸ਼ਟੀ ਸੀ। ਜਦੋਂ ਫਿਰ ਵੀਰਯਨਾਥ ਦਾ ਜ਼ੋਰ ਪੈ ਗਿਆ, ਸਰਬਲੋ ਭਗਵਾਨ ਨੇ ਪਰਲੈ ਕਰ ਦਿੱਤੀ, ਤੇ ਫਿਰ ਗੁਰੂ ਖਾਲਸਾ ਜੀ ਨਵਾਂ ਸਤਯੁਗ ਸਾਜਿਆ ਤੇ ਸ੍ਰਿਸ਼ਟੀ ਦੀ ਪ੍ਰਾਰੰਭਣਾ ਕੀਤੀ ਤੇ ਕਲਪਾਂ ਕਲਪਾਂਤਰਾਂ ਦਾ ਚੱਕਰ ਚਲਾਇਆ। 9 ਯੁੱਗਾਂ ਦਾ ਇੱਕ ਕਲਪ ਹੁੰਦਾ ਏ ਤੇ ਗੁਰੂ ਖਾਲਸਾ ਜੀ ਤੇ 4 ਕਲਪ ਬਤੀਤ ਹੋਏ। ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਏ, 36 ਯੁੱਗ ਕੀਓ ਗੁਬਾਰਾ। 36 ਯੁੱਗਾਂ ਦਾ ਗੁਰੂ ਖਾਲਸਾ ਜੀ ਵਰਣਨ ਆਉਂਦਾ ਏ। ਬਾਅਦ ਵਿੱਚ ਗੁਰੂ ਖਾਲਸਾ ਜੀ ਜਪਜੀ ਸਾਹਿਬ ਵਿੱਚ ਵੀ ਜ਼ਿਕਰ ਹੈ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਉੱਥੇ ਵੀ ਗੁਰੂ ਖਾਲਸਾ ਜੀ 40 ਯੁੱਗਾਂ ਦੀ ਗੱਲ ਕੀਤੀ ਹੈ। 9 ਯੁੱਗ ਵਾਵੇ ਵਾਸਦੇਵ ਦਾ ਜਾਪ ਲੋਕ ਕਰਦੇ ਰਹੇ ਨੇ। 9 ਯੁੱਗ ਹਰੀ ਦਾ ਜਾਪ ਕਰਦੇ ਰਹੇ ਨੇ। 9 ਯੁੱਗ ਗੋਬਿੰਦ ਦਾ ਜਾਪ ਹੁੰਦਾ ਰਿਹਾ ਏ। 9 ਯੁੱਗ ਰਾਮ ਰਾਮ ਦਾ ਜਾਪ ਹੁੰਦਾ ਰਿਹਾ ਏ। ਪਰ ਜਦੋਂ ਗੁਰੂ ਖਾਲਸਾ ਜੀ 36 ਯੁੱਗ 9 ਕਲਪ ਬਤੀਤ ਹੋ ਗਏ ਤੇ 37ਵਾਂ 38ਵਾਂ 39ਵਾਂ ਯੁੱਗ ਟੱਪ ਗਿਆ। 37ਵਾਂ ਸਤਯੁਗ ਤੇ 38ਵਾਂ ਗੁਰੂ ਖਾਲਸਾ ਜੀ ਤ੍ਰੇਤਾ, 39ਵਾਂ ਦੁਆਪਰ ਤੇ ਆ ਜਦੋਂ ਕਲਯੁਗ ਆਇਆ, ਫਿਰ ਧਰਤੀ ਨੇ ਦੇਵੀ ਦੇਵਤਿਆਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ। ਇਹ ਯੁੱਗ ਵਿੱਚ ਇਕੱਲੇ ਵਾਸਦੇਵ ਤੋਂ, ਗੋਬਿੰਦ ਤੋਂ, ਰਾਮ ਤੋਂ ਗੱਲ ਨਾ ਬਣੀ। ਫਿਰ ਗੁਰੂ ਖਾਲਸਾ ਜੀ 4 ਯੁੱਗਾਂ 'ਚ, 4 ਅਵਤਾਰਾਂ 'ਚ, 4 ਜਾਪਾਂ 'ਚ 5ਵੇਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਵਾਹਿਗੁਰੂ ਪਦ ਪਾਵਨ ਕੀਨਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰ ਮੰਤਰ ਦਿੱਤਾ, ਜਿਹਦੇ ਨਾਲ ਗੁਰੂ ਖਾਲਸਾ ਜੀ ਹੰਕਾਰ ਮਿਟਦਾ ਹੈ। ਤੇ ਇਹ 4 ਯੁੱਗਾਂ ਦਾ ਇਕੱਠਾ ਜਾਪ ਹੈ। ਜਦੋਂ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਓੰਕਾਰ ਕਹਿ ਕੇ ਸ੍ਰਿਸ਼ਟੀ ਬਣਾਈ ਸੀ, 4 ਯੁੱਗ ਬਣਾਏ ਸੀ, ਫਿਰ ਗੁਰੂ ਖਾਲਸਾ ਜੀ 4 ਜਾਪ ਬਣਾਉਣੇ ਚਾਹੇ। ਅਕਾਲ ਪੁਰਖ ਨੇ ਆਪਣੇ ਮੁਖ ਤੋਂ ਵਾਹਿਗੁਰੂ ਉਚਾਰਨ ਕੀਤਾ ਸੀ। ਸਾ ਮੰਤਰ ਗੁਰ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਜਿਹੜਾ ਮੰਤਰ ਅਕਾਲ ਪੁਰਖ ਨੇ ਆਪਣੇ ਮੁਖ ਤੋਂ ਉਚਾਰਿਆ ਸੀ, ਕਲਗੀਧਰ ਨੇ ਉਹੀ ਮੰਤਰ, ਗੁਰੂ ਨਾਨਕ ਸਾਹਿਬ ਨੇ ਉਹੀ ਮੰਤਰ ਆਪਣੇ ਖਾਲਸੇ ਨੂੰ ਬਖਸ਼ਣਾ ਕੀਤਾ ਹੈ। ਇਦਾਂ ਗੁਰੂ ਖਾਲਸਾ ਜੀ ਸੰਪਰਦਾਵਾਂ ਵਿੱਚ, ਪੰਥ ਵਿੱਚ ਇਹ ਕਥਾ ਸੁਣਾਈ ਜਾਂਦੀ ਹੈ। ਫਿਰ ਕਲਪਾਂ ਕਲਪਾਂਤਰਾਂ ਦਾ ਚੱਕਰ ਚਲਾ ਦਿੱਤਾ ਪਰਲੇ ਕਰਕੇ। ਸਤਨਾਮ ਨਿਜ ਧਰਮ। ਫਿਰ ਗੁਰੂ ਖਾਲਸਾ ਜੀ ਅਕਾਲ ਪੁਰਖ ਨੇ ਸੱਚੇ ਨਾਮ ਵਾਲਾ ਆਪਣਾ ਧਰਮ ਚਲਾ ਦਿੱਤਾ। ਸੱਚ ਉਪਦੇਸ਼ ਦ੍ਰਿੜੈ ਕਰ। ਹਾਂ, ਸੱਚਾ ਉਪਦੇਸ਼ ਦ੍ਰਿੜੈ ਕਰਕੇ, ਲੋਕਾਂ ਨੂੰ ਦ੍ਰਿੜਾ ਕਰਕੇ ਸੱਚਾ ਉਪਦੇਸ਼ ਨਾਮ ਜਪਣ ਵਿੱਚ ਲਾ ਦਿੱਤਾ। ਜੇ ਗੁਰੂ ਨਾਨਕ ਸਾਹਿਬ ਜੀ ਨਾ ਆਉਂਦੇ, ਆਹ ਕਲਯੁਗ ਵਿੱਚ ਵੀ ਪਰਲੈ ਹੀ ਹੋਣੀ ਸੀ, ਜਿਹੜੀ ਗੁਰੂ ਖਾਲਸਾ ਜੀ ਵੀਰਯਨਾਥ ਵੇਲੇ ਹੋਈ ਸੀ। ਇਹ ਤੇ ਵਾਹਿਗੁਰੂ ਨਾਮ ਦੇ ਕੇ ਧਰਤੀ ਨੂੰ, ਲੋਕਾਈ ਨੂੰ ਤੇ ਪਾਪਾਂ ਨੂੰ ਖਤਮ ਕਰਕੇ ਤੇ ਪਰਲੇ ਹੋਣ ਤੋਂ ਬਚਾਇਆ ਗੁਰੂ ਨਾਨਕ ਸਾਹਿਬ ਜੀ ਨੇ। ਧਰਮ ਪੰਥ ਸਭ ਪ੍ਰਜਾ ਲਾਏ। ਵਾਹਿਗੁਰੂ ਅਕਾਲ ਪੁਰਖ ਨੇ ਧਰਮ ਦੇ ਮਾਰਗ ਦੇ ਉੱਪਰ ਸਾਰੀ ਹੀ ਪ੍ਰਜਾ ਨੂੰ ਲਾਉਣਾ ਕੀਤਾ। ਨਿਜ ਧਰਮ ਚੱਲੈ ਕਰ। ਆਪਣਾ ਧਰਮ ਚਲਾ ਕਰਕੇ, ਜਿਹੜਾ ਨਾਮ ਜਪਣ ਦਾ ਧਰਮ ਹੈ ਉਹਨੂੰ ਚਲਾ ਕਰਕੇ। ਸਤ ਸਨਾਤਨ ਪੁਰਖ ਸਤ ਬ੍ਰਤ। ਹਾਂ, ਉਹ ਵਾਹਿਗੁਰੂ ਅਕਾਲ ਪੁਰਖ ਵੀ ਸੱਚਾ ਹੈ, ਉਹ ਪੁਰਾਤਨ ਹੈ, ਉਹ ਪੁਰਖ ਹੈ, ਪੁਰੀ ਪੁਰੀ ਬਸੰਤਾ ਸਾ ਪੁਰਖਾ। ਤੇ ਉਸਨੇ ਸਤ ਸੱਚਾ ਬ੍ਰਤ ਧਰਮ ਚਲਾ ਕਰਕੇ ਸਤ ਰਚੈ ਕਰ। ਹਾਂ, ਜਿਹੜੇ ਲੋਕ ਨੇ ਉਹਨਾਂ ਨੂੰ ਸੱਚੇ ਧਰਮ ਦੇ ਵਿੱਚ ਰਚੈ ਮੈਨੇ ਰਲਾ ਮਿਲਾ ਕਰਕੇ
ਤੇ ਦੁਨੀਆ ਦੇ ਉੱਪਰ ਫੇਰ ਸ੍ਰਿਸ਼ਟੀ ਚਲਾ ਦਿੱਤੀ। ਸਾਨੀ ਆਦ ਸੱਚ ਜੁਗਾਦ ਸਤ। ਹਾਂ, ਫਿਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਉਸੇ ਹੀ ਅਕਾਲ ਪੁਰਖ ਪਰਮੇਸ਼ਰ ਨੇ ਇਹ ਸੰਸਾਰ ਨੂੰ ਪਰਲੇ ਤੋਂ ਬਚਾਇਆ ਹੈ। ਬੀਰਜਨਾਦ ਵਾਲੀ ਪਰਲੇ ਫੇਰ ਨਾ ਕਿਤੇ ਹੋ ਜਾਵੇ, ਇਸ ਲਈ ਮੂਲ ਮੰਤਰ ਦਾ ਉਪਦੇਸ਼ ਦੇਣਾ ਕੀਤਾ ਹੈ। ਉਹ ਕਿਹੜਾ ਉਪਦੇਸ਼ ਹੈ? ਪਿਆਰ ਦੇ ਨਾਲ ਸਰਵਣ ਕਰੋ। ਹੈ ਭੀ ਸਤ ਜੈਕਾਰ। ਆਦ ਸੱਚ ਜੁਗਾਦ ਸਤ। ਇਹ ਮਹਾਰਾਜ ਸਾਹਿਬ ਜੀ ਨੇ ਥੋੜੇ ਜਿਹੇ ਫਰਕ ਦੇ ਨਾਲ ਲਿਖਿਆ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹਨੂੰ ਮਹਾਰਾਜ ਸਾਹਿਬ ਜੀ ਆਪਣੇ ਸ਼ਬਦਾਂ ਵਿੱਚ ਲਿਖਦੇ ਪਏ ਨੇ। ਆਦ ਜਦੋਂ ਸੰਸਾਰ ਨਹੀਂ ਰਚਿਆ ਉਦੋਂ ਵੀ ਤੂੰ ਸੱਚਾ ਸਾਂ। ਜੁਗਾਦ ਯੁੱਗਾਂ ਦੇ ਵਿੱਚ ਵੀ ਤੂੰ ਸਤ ਸੱਚਾ ਸਾਂ। ਹੈ ਵੀ ਸਤ ਹੁਣ ਵੀ ਤੂੰ ਸੱਚਾ ਏ। ਤੇ ਹਰੇਕ ਯੁੱਗ ਦੇ ਵਿੱਚ, ਹਰੇਕ ਹਾਲਤ, ਹਰੇਕ ਸਮੇਂ ਵਿੱਚ ਤੂੰ ਜੈ ਕਰ ਜੈ ਕਰਵਾਉਣ ਵਾਲਾ ਏ। ਹੋਸੀ ਸਤ ਨਿਤ ਸਦਾ। ਹਾਂ, ਤੂੰ ਅੱਗੇ ਵੀ ਸੱਚਾ ਹੋਵੇਂਗਾ। ਤੂੰ ਨਿਦਾ ਹੀ ਸੱਚਾ ਏ, ਨਿਦਾ ਹੀ ਰਵੇਂਗਾ ਦੁਨੀਆ ਦੇ ਉੱਪਰ ਸਦਾ ਹੀ। ਪੁਰਾਤਨ ਪੁਰਖ ਵਿਜੈਕਾਰ। ਹਾਂ, ਤੂੰ ਪੁਰਾਤਨ ਸਨਾਤਨ ਪੁਰਖ ਹੈ ਤੇ ਵਿਜੈ ਕਰ ਜਿੱਤ ਨੂੰ ਕਰਨ ਵਾਲਾ ਏ। ਸਤ ਰੂਪ ਸਤ ਨਾਮ। ਤੇਰਾ ਸੱਚਾ ਰੂਪ ਹੈ, ਸੱਚਾ ਹੀ ਤੇਰਾ ਨਾਮ ਹੈ। ਸਤ ਕਰਨੀ ਧਰਨੀ ਧਰ। ਹਾਂ, ਤੂੰ ਤੇਰੀ ਸੱਚੀ ਕਰਨੀ ਹੈ ਤੇ ਧਰਨੀ ਧਰ, ਧਰਤੀ ਨੂੰ ਤੂੰ ਆਸਰਾ ਦੇਣ ਵਾਲਾ ਏ। ਗੋ ਸ਼ਿਤ ਸਰੁਤ ਨਿਜ ਸੰਤ। ਗੋ ਗਊਆਂ, ਛੇਤ ਧਰਤੀ, ਸਰੁੱਤ ਵੇਦ ਤੇ ਨਿਜ ਸੰਤ ਜਿਹੜੇ ਤੇਰੇ ਆਪਣੇ ਸੰਤ ਨੇ। ਦਾਸ ਰਛਕ ਰੱਛਾ ਕਰ। ਉਹਨਾਂ ਦਾਸਾਂ ਦੀ ਤੂੰ ਰਛਕ ਰੱਖਿਆ ਕਰਨ ਵਾਲਾ, ਐਸਾ ਤੂੰ ਰੱਛਾ ਕਰ ਹੈ। ਇਸ ਵਾਸਤੇ ਤੈਨੂੰ ਰੱਛਾ ਕਰ ਕਹਿੰਦੇ ਨੇ, ਕਿਉਂਕਿ ਤੂੰ ਆਪਣੇ ਦਾਸਾਂ, ਆਪਣੀਆਂ ਗਊਆਂ, ਧਰਤੀ, ਵੇਦਾਂ ਦੀ ਰੱਖਿਆ ਕਰਦਾ ਹੈ। ਕਈ ਗੁਰੂ ਖਾਲਸਾ ਜੀ ਗਊ ਸੇਵਾ ਕਰਨ ਤੇ ਬੜੇ ਸ਼ੰਕੇ ਕਰਦੇ ਨੇ। ਆਹ ਦੇਖ ਲੋ, ਸਰਬਲੋ ਪ੍ਰਕਾਸ਼ ਵਿੱਚ ਵੀ ਮਹਾਰਾਜ ਨੇ ਗੋ ਗਊ ਦੀ ਗੱਲ ਕੀਤੀ ਹੈ। ਅਰਥ ਭਾਵੇਂ ਗੁਰੂ ਖਾਲਸਾ ਜੀ ਕਈ ਕਰੀ ਜਾਂਦੇ ਨੇ, ਗੋ ਬਾਣੀ ਦਾ ਵੀ ਅਰਥ ਕਰ ਲੈਂਦੇ ਨੇ, ਹੋਰ ਵੀ ਅਰਥ, ਪਰ ਗੁਰੂ ਖਾਲਸਾ ਜੀ ਮੁੱਖ ਅਰਥ ਵਿੱਚ ਗਊ ਹੀ ਜਾਣਨਾ ਹੈ। ਗਊ ਗਰੀਬ ਦੀ ਰੱਖਿਆ ਇਹ ਖਾਲਸੇ ਦਾ ਧਰਮ ਹੈ। ਸੋ ਗੁਰੂ ਖਾਲਸਾ ਸਾਧ ਸੰਗਤ ਜੀ, ਆਦ ਸੱਚ ਜੁਗਾਦ ਸਤ, ਇੱਥੋਂ ਲੈ ਕੇ ਰੱਛਾ ਕਰ ਤੱਕ ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਹੈ। ਗੁਰੂ ਨਾਨਕ ਰੂਪ ਹੋ ਕੇ ਕਲਗੀਧਰ ਜੀ ਕਹਿੰਦੇ ਨੇ, ਇਹ ਅਕਾਲ ਪੁਰਖ ਦੀ ਵਡਿਆਈ ਵਾਲਾ ਮੂਲ ਮੰਤਰ ਲੁਕਾਈ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਬਖਸ਼ਿਆ ਹੈ। ਤੇ ਵਾਹਿਗੁਰੂ ਅਕਾਲ ਪੁਰਖ ਨੇ ਐਸੀ ਬਾਣੀ ਉਚਾਰੀ ਹੈ ਜਿਹਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੀ ਐਸੀ ਉਸਤਤ ਹੈ, ਜੋ ਮਹਾਰਾਜ ਨੇ ਕਥਨ ਕੀਤੀ ਹੈ, ਉਹਦੇ ਨਾਲ ਦੁਨੀਆ ਦਾ ਭਲਾ ਹੋਇਆ ਹੈ। ਇਦਾਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਸਭ ਤੱਕ ਇੱਕ, ਸਤਾਂ ਦਾ ਇੱਕ ਹੋ ਗਿਆ ਹੈ। ਸਤ ਰੂਪ ਸਤ ਨਾਮ, ਸਤ ਕਰਨੀ ਧਰਨੀ ਧਰ, ਗੋਚਿਤ ਸਰੁਤ ਨਿਜ ਸੰਤ, ਦਾਸ ਰਛਕ ਰੱਛਾ ਕਰ। ਸਭ ਤੱਕ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।